महला दूजा। एहो जग सच्चै की है कोठड़ी, सच्चे का विच वास। इक ना हुक्म समाए लए, इक ना हुक्मे करे विनाश। इक नाम भाणै कढ लए, इक ना माया विच निवास। एव भे आखु नाम जपई, जे किसै आणे रास। नानक गुरमुख जानिए, जाको आप करे परगास। वाहिगुरु जी का खालसा, वाहिगुरु जी की फतेह। गुरु की प्यारी, गुरु की सवारी, साजी निवाजी गुरु खालसा साध संगत जियो। परम सन्मानयोग शब्द गुर अवतार सदीवी सुखां दे दाते, आनंद दे दाते धन धन सतगुरु श्री गुरु ग्रंथ साहिब जी महाराज जी दे पावन दरबार अंदर जुड़ मिल करके बैठे हो, अते जिथों कितों भी आप जी दे कन्नां तक ये आवाज पहुंचदी है, ते जेड़ा जेड़ा भी सुरत करके गुरमुख बनिया भाव गुरु दे सन्मुख हो के बैठा है, आओ अपनी होंद दा सबूत दईए गुरु नूं, अपने आप नूं गुरु दे चरणां विच हवाले करन दा यतन करिए, समर्पित करन दा यतन करिए। प्यार सहित आखो जी सतनाम श्री वाहिगुरु साहिब जी। साहिबा ने आप सरबत संगत दे सिर ते मेहर भरिया हथ रखिया, बख्शिश कीती है जो बाणी दे विचार दे नाल रोजाना जुड़न दा समा साडी झोली दे विच पा रहे हैं। गुरुदेव जी कहंदे बचन सुखमनी साहिब दे अंदर दर्ज है, आप कथै आप सुनने हार। भाव ना ते असी कहण वाले आ ते ना ही असी सुनन वाले आ। ये ते अकाल पुरख दी बख्शिश होवे ते गुरुदेव जी कहंदे आप जोत रूप विच सुभाएमान हो के आप ही घर तो उठ के गुरु घर आउंदा आ। आप ही घर दे विच भी सुरत नूं मन नूं गुरु दे चरणां विच जोड़दा आ। भाव आप ही सारे संसार दे विच पसर रहा है। केवल एक नामना जेड़ा एक संसार ते नाम है उस्तत है, वो साडी हो जाती है कि असी बोलण वाले असी बुलारे जां असी सुनन वाले असी सरोते जां सुन के असी जीवन दे विच विसाया साडा आचरण चंगा हो गया। केवल एक नामना हो जाता। ये भी उहदी बख्शिश है कि वह आप लिखाउंदा नहीं करके। कहो मानुक ते क्या होए आवे, जो तिस भावै सोई करावे। मनुख दे कोलों कुछ हो नहीं आउण वाला, भाव कुछ होण वाला नहीं। सो इस करके बख्शिश है गुरुदेव पिता जी दी, अकाल पुरख जी दी साडे सबना दे उपर
ਜੋ ਆਪ ਹੀ ਇਹ ਖੇਡ ਜਿਹੜਾ ਪਸਾਰਾ ਪਸਾਰ ਰਿਹਾ, ਆਪ ਹੀ ਇੱਥੇ ਬੈਠ ਕੇ ਬੋਲ ਰਿਹਾ ਹੈ ਤੇ ਆਪ ਹੀ ਇੱਥੇ ਸੰਗਤ ਵਿੱਚ ਬੈਠ ਕੇ ਸੁਣਨ ਵਾਲਾ ਆ। ਕਦੀ ਆਪ ਹੀ ਸੁਣਨ ਵਾਲਾ ਬਣ ਜਾਂਦਾ, ਕਦੇ ਆਪ ਹੀ ਬੋਲਣ ਵਾਲਾ ਬਣ ਜਾਂਦਾ, ਕਦੇ ਆਪ ਹੀ ਤਮਾਸ਼ਾ ਦਿਖਾਉਣ ਵਾਲਾ ਬਣ ਜਾਂਦਾ ਹੈ, ਕਦੇ ਆਪ ਹੀ ਤਮਾਸ਼ਾ ਦੇਖਣ ਵਾਲਾ ਬਣ ਜਾਂਦਾ। ਤੇ ਅਸੀਂ ਜੀਵਨ ਦੇ ਵਿੱਚੋਂ, ਇਸ ਬਖਸ਼ਿਸ਼ ਦੇ ਵਿੱਚੋਂ ਇਹ ਲਾਭ ਖੱਟਣਾ ਆ ਕਿ ਜੇ ਗੁਰੂ ਦੇ ਦਰ ਤੇ ਸੁਣਨ ਵਾਸਤੇ ਜਾਂ ਕਰਨ ਵਾਸਤੇ ਜਾਂ ਕਥਨ ਵਾਸਤੇ ਜਾਂ ਬੋਲਣ ਗਾਵਣ ਵਾਸਤੇ, ਉਸਤਤ ਕਰਨ ਵਾਸਤੇ ਗੁਰੂ ਦੀ ਜੇ ਹਾਜ਼ਰ ਹੋਏ ਹਾਂ ਤੇ ਆਪਣੇ ਆਪ ਨੂੰ ਗੁਰੂ ਦੇ ਸਨਮੁਖ ਜਾਣ ਕਰਕੇ ਤੇ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਗੁਰੂ ਦੇ ਬਚਨਾਂ ਦੇ ਅਨੁਸਾਰ ਜਿਉਣ ਦਾ ਯਤਨ ਕਰੀਏ ਜੀਵਨ ਦੇ ਅੰਦਰ। ਕਿਉਂਕਿ ਗੁਰਦੇਵ ਜੀ ਬਚਨ ਕਰਦੇ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਮੰਨਿਆ ਹੈ, ਜਿਨ੍ਹਾਂ ਨੇ ਗੁਰੂ ਦੀ ਆਗਿਆ ਦੇ ਅਨੁਸਾਰ, ਹੁਕਮ ਦੇ ਅਨੁਸਾਰ ਜੀਵਨ ਬਤੀਤ ਕੀਤਾ, ਇੱਥੇ ਉਹੀ ਪ੍ਰਵਾਨ ਹੋ ਸਕਦੇ। ਤੇ ਗੁਰੂ ਪਾਤਸ਼ਾਹ ਜੀ ਅੱਜ ਸਾਨੂੰ ਕੀ ਹੁਕਮ ਕਰਦੇ ਆ? ਆਸਾ ਦੀ ਵਾਰ ਦਾ ਦੂਜਾ ਸ਼ਲੋਕ, ਮਾਫ ਕਰਨਾ, ਵਾਹਿਗੁਰੂ ਦੂਜਾ ਮਹੱਲਾ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਸ਼ਲੋਕ ਹੈ। ਦੂਜੀ ਪੌੜੀ ਦੇ ਨਾਲ ਲੱਗਿਆ ਇਹ ਤੀਜਾ ਸ਼ਲੋਕ ਆ। ਦੋ ਸ਼ਲੋਕਾਂ ਦੀ ਵਿਚਾਰ। ਪਹਿਲਾ ਸ਼ਲੋਕ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਤੇ ਦੂਜਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ। ਪਹਿਲਾ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਵੱਡੀ ਵਡਿਆਈ ਜਾਂ ਵੱਡਾ ਨਾਮ। ਦੋਵਾਂ ਦੀ ਵਿਚਾਰ ਦੇ ਨਾਲ ਆਪਾਂ ਪਿਛਲੇ ਸਮੇਂ ਦੇ ਅੰਦਰ ਜੁੜੇ ਸਾਂ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਗੁਰੂ ਅੰਗਦ ਦੇਵ ਮਹਾਰਾਜ ਜੀ ਆਪਣੇ ਪਾਵਨ ਮੁਖ ਤੋਂ ਬਚਨ ਕਰਦੇ ਨੇ, ਇਹੋ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਕ ਨਾ ਹੁਕਮ ਸਮਾਏ ਲਏ, ਇਕ ਨਾ ਹੁਕਮੇ ਕਰੇ ਵਿਨਾਸ਼। ਮੈਂ ਬੇਨਤੀ ਕਰਾਂ ਆਪ ਸਰਬੱਤ ਸੰਗਤ ਦੇ ਚਰਨਾਂ ਵਿੱਚ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਆ ਜੀ, ਇਹ ਇੱਕੋ ਵਿਚਾਰ ਨੂੰ ਅਨੇਕਾਂ ਉਦਾਹਰਨਾਂ ਦੇ ਨਾਲ 9 ਜਾਮੇ ਗੁਰੂ ਸਾਹਿਬ ਜੀ ਨੇ ਧਾਰ ਕੇ ਤੇ ਸਾਨੂੰ ਇੱਕੋ ਚੀਜ਼ ਸਿਖਾਈ ਆ ਕਿ ਭਾਈ ਜੀਵਨ ਦੇ ਵਿੱਚ ਨਾਮ ਦੀ ਬਖਸ਼ਿਸ਼ ਦੇ ਨਾਲ ਜੁੜ ਜਾਓ, ਗੁਰੂ ਦੇ ਨਾਲ ਜੁੜ ਜਾਓ। ਇਹੋ ਬਖਸ਼ਿਸ਼ ਨੂੰ, ਇਹੋ ਦਾਤ ਨੂੰ ਸਮਝਾਉਣ ਵਾਸਤੇ ਗੁਰੂ ਪਾਤਸ਼ਾਹ ਜੀ ਨੇ 9 ਜਾਮੇ ਧਾਰਨ ਕੀਤੇ, ਵੱਖਰੇ ਵੱਖਰੇ ਸਰੂਪ, ਸਰੀਰਿਕ ਸਰੂਪ ਜਿਹੜੇ ਉਹ ਬਣਾਏ। ਤੇ ਬਾਣੀ ਦੇ ਵੀ ਬਿਲਕੁਲ ਇਸੇ ਤਰ੍ਹਾਂ ਇਹੋ ਗੱਲ ਜਿਹੜੀ ਉਹ ਬਾਣੀ ਤੇ ਵੀ ਸਾਡੀ ਲਾਗੂ ਹੁੰਦੀ ਆ ਕਿ ਉਹੋ ਹੀ ਗੱਲ ਨੂੰ ਗੁਰਦੇਵ ਪਿਤਾ ਜੀ ਵੱਖਰੇ ਸਰੂਪ ਦੇ ਵਿੱਚ ਕਿ ਭਾਈ ਜੇ ਇਸ ਤਰ੍ਹਾਂ ਨਹੀਂ ਸਮਝ ਆਉਂਦੀ ਤੇ ਆਹ ਉਦਾਹਰਣ ਲੈ ਕੇ ਤੁਸੀਂ ਜੀਵਨ ਦੇ ਵਿੱਚ ਸਮਝ ਲਓ। ਪਰ ਅਸਲ ਗੱਲ ਸਾਡੀ ਉੱਥੇ ਕੀ ਟਿਕੀ ਆ ਜਿੱਥੋਂ ਗੁਰਦੇਵ ਜੀ, ਜਿਵੇਂ ਆਪਾਂ ਵਿਚਾਰ ਕੀਤੀ ਸੀ ਕੱਲ ਪਰਸੋਂ ਦੇ ਦਿਨ ਦੇ ਅੰਦਰ, ਕਿ ਗੁਰਦੇਵ ਜੀ ਕਹਿੰਦੇ ਬਾਣੀ ਦਾ ਜਿਹੜਾ ਸਾਰ ਹੈ ਉਹ ਇਹ ਹੈ ਕਿ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਿ ਭਾਈ ਜੀਵਨ ਦੇ ਵਿੱਚ ਸਚਿਆਰੇ ਬਣ ਜਾਈਏ, ਸੱਚੇ ਹੋ ਜਾਈਏ ਤੇ ਕੇਵਲ ਮੁਖ ਤੋਂ ਨਹੀਂ ਅੰਦਰੋਂ ਸਚਿਆਰ ਹੋ ਜਾਈਏ। ਸੱਚ ਦੇ ਨਾਲ ਜੁੜਨ ਵਾਲਾ ਸਚਿਆਰ ਹੋ ਜਾਂਦਾ ਤੇ ਉਸ ਸਚਿਆਰ ਬਣਨ ਵਾਸਤੇ ਪਾਤਸ਼ਾਹ ਜੀ ਹੁਕਮ ਕਰਦੇ ਅਗਲੀ ਪੰਕਤੀ ਦੇ ਅੰਦਰ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਿਹੜਾ ਹੁਕਮ ਅਕਾਲ ਪੁਰਖ ਨੇ ਨਾਲ ਲਿਖ ਦਿੱਤਾ ਜੀਵਨ ਦੇ ਕਿ ਇਸ ਤਰ੍ਹਾਂ ਜੀਵਨ ਬਤੀਤ ਹੋਵੇਗਾ ਤੇਰਾ, ਉਸ ਹੁਕਮ ਨੂੰ ਸਮਝੀਏ, ਉਸ ਹੁਕਮ ਦੇ ਰਜ਼ਾ ਦੇ ਵਿੱਚ ਚੱਲੀਏ। ਭਾਵ ਜਦੋਂ ਸਿਰ ਤੇ ਦੁੱਖ ਪੈ ਗਿਆ ਤੇ ਉਦੋਂ ਰੋਈਏ ਨਾ, ਜਦੋਂ ਖੁਸ਼ੀ ਪ੍ਰਾਪਤ ਹੋਊਗੀ ਤੇ ਉਦੋਂ ਬਹੁਤਾ ਨੱਚੀਏ ਟੱਪੀਏ ਨਾ।
ਇਹ ਅਵਸਥਾ ਹੁੰਦੀ ਰਜ਼ਾ ਦੇ ਵਿੱਚ ਰਹਿਣਾ, ਹੁਕਮ ਦੇ ਵਿੱਚ ਰਹਿਣਾ। ਤੇ ਇਸੇ ਵਿਚਾਰ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਗੁਰਦੇਵ ਜੀ ਨੇ ਸੰਪੂਰਨ ਤੌਰ ਤੇ ਅਨੇਕਾਂ ਉਦਾਹਰਨਾਂ ਦੇ ਕੇ ਸਮਝਾਇਆ ਕਿ ਭਾਈ ਕੋਈ ਕਿਸੇ ਤਰ੍ਹਾਂ ਸਮਝਦਾ, ਕੋਈ ਕਿਸੇ ਤਰ੍ਹਾਂ ਸਮਝਦਾ, ਕੋਈ ਗੁਰਮੁਖ ਪਿਆਰਾ ਕਿਸੇ ਤਰ੍ਹਾਂ ਵੀ ਸਮਝ ਜਾਵੇ, ਉਹਦੀ ਸੁਰਤ ਦੇ ਵਿੱਚ, ਉਹਦੇ ਬੁੱਧ ਦੇ ਵਿੱਚ ਇਹ ਗੱਲ ਪੈ ਜਾਵੇ, ਉਹਦੇ ਖਾਨੇ ਵਿੱਚ ਪੈ ਜਾਵੇਗਾ। ਇਸੇ ਤਰ੍ਹਾਂ ਇਹ ਆਸਾ ਦੀ ਵਾਰ ਦੀ ਬਾਣੀ ਆ ਜੀ, ਜਿਹੜਾ ਦਸਤਗੀਰ ਦੇ ਨਾਲ ਤੀਜਾ ਸਵਾਲ ਹੋਇਆ ਕਿ ਅਕਾਲ ਪੁਰਖ ਕਰਦਾ ਕੀ ਹੈ। ਦੂਜਾ ਸਵਾਲ ਹੋਇਆ ਅਕਾਲ ਪੁਰਖ ਰਹਿੰਦਾ ਕਿੱਥੇ ਹੈ। ਆਪਾਂ ਉਹਨਾਂ ਸਵਾਲਾਂ ਦੇ ਨਾਲ ਜੁੜੇ ਰਹੀਏ, ਕਿਉਂਕਿ ਜਿਹੜਾ ਮੁੱਢ ਹੈ ਬਾਣੀ ਦਾ, ਗੁਰਦੇਵ ਜੀ ਨੇ ਰਚਨਾ ਕਿਉਂ ਕੀਤੀ, ਤੇ ਬਾਣੀ ਦੇ ਵਿੱਚ ਜਿੰਨੇ ਵੀ ਬਾਣੀ ਦਾ ਸਰੂਪ ਆਵੇਗਾ, ਅੱਗੇ ਸ਼ਲੋਕ ਪੌੜੀਆਂ ਆਉਣਗੀਆਂ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਵਿਚਾਰ ਜਿਹੜੀ ਆ ਉਹ ਸੂਖਮ ਰੂਪ ਦੇ ਵਿੱਚ ਦੁਬਾਰਾ ਘੁੰਮ ਫਿਰ ਕੇ ਆਵੇਗੀ। ਭਾਵੇਂ ਉਹਦਾ ਸਰੂਪ ਵੱਖਰਾ ਵੱਖਰਾ ਹੋਵੇਗਾ, ਪਰ ਅਸਲ ਵਿਚਾਰ ਇਸੇ ਤੇ ਟਿਕੀ ਰਹਿਣੀ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਘਰ ਆਸਣ ਡਿਠੋ ਚਾਓ। ਕਿ ਉਹ ਅਕਾਲ ਪੁਰਖ ਆਸਣ ਲਗਾ ਕੇ ਬੈਠ ਗਿਆ। ਤੇ ਅੱਜ ਗੁਰੂ ਅੰਗਦ ਸਾਹਿਬ ਮਹਾਰਾਜ ਦੂਜੇ ਪਾਤਸ਼ਾਹ ਇਹੋ ਬਚਨ ਕਰਦੇ ਆ, ਕਹਿੰਦੇ ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕਹਿੰਦੇ ਭਾਈ ਤੁਸੀਂ ਕਹਿੰਦੇ ਹੋ ਵਸਦਾ ਕਿੱਥੇ ਹੈ। ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਦੀ ਕੋਠੜੀ ਆ, ਇਹ ਸੱਚੇ ਦਾ ਮਹੱਲ ਆ ਸਾਰਾ ਸੰਸਾਰ। ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੇ ਹੋ ਸਰਬ ਠਾਈ। ਇਸ ਖਲਕਤ ਦੇ ਅੰਦਰ ਉਹ ਅਕਾਲ ਪੁਰਖ ਵਸ ਰਿਹਾ, ਜ਼ਰਰੇ ਜ਼ਰਰੇ ਵਿੱਚ, ਕਣ ਕਣ ਦੇ ਅੰਦਰ ਵਸ ਰਿਹਾ, ਜਿਹਨੂੰ ਗੁਰਦੇਵ ਜੀ ਕਹਿੰਦੇ ਸਗਲ ਬਨਸਪਤ ਮਹਿ ਬਸੰਤਰ, ਸਗਲ ਦੂਧ ਮੈਂ ਘੀਆ, ਘਟ ਘਟ ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਵਾਹਿਗੁਰੂ ਭਾਵ ਊਚ ਨੀਚ ਦੇ ਵਿੱਚ, ਜਿਹਨੂੰ ਆਪਾਂ ਉੱਚੇ ਨੀਵੇਂ ਕਹਿ ਦਿੰਨੇ ਆ ਸੰਸਾਰ ਦੇ ਵਿੱਚ, ਕਹਿੰਦੇ ਭਾਈ ਸਾਰਿਆਂ ਦੇ ਵਿੱਚ ਇੱਕੋ ਜੋਤ ਪਸਰ ਰਹੀ ਹੈ। ਜਿਹਨੂੰ ਕਲਗੀਧਰ ਪਾਤਸ਼ਾਹ ਆਪਣੇ ਬਚਨਾਂ ਦੇ ਵਿੱਚ ਬਖਸ਼ਿਸ਼ ਕਰਦੇ, ਕਹਿੰਦੇ ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ, ਜਮੀ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ। ਭਾਵ ਇੱਕੋ ਜੋਤ ਪਸਰ ਰਹੀ, ਉਹਦਾ ਏਡਾ ਵੱਡਾ ਪਸਾਰਾ। ਇਸੇ ਲਈ ਪਿਛਲੇ ਸ਼ਲੋਕ ਵਿੱਚ ਗੁਰਦੇਵ ਜੀ ਕਹਿੰਦੇ ਵੱਡੀ ਵਡਿਆਈ ਜਾਂ ਉਹਦੀ ਵੱਡੀ ਵਡਿਆਈ ਦੀ ਗੱਲ ਕੀਤੀ ਹੈ। ਐਡੀ ਵੱਡੀ ਸ੍ਰਿਸ਼ਟੀ ਦੇ ਵਿੱਚ ਸਾਰੀ ਸ੍ਰਿਸ਼ਟੀ ਉਸ ਦਾ ਘਰ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਉਹਦਾ ਘਰ ਆ, ਇਸ ਘਰ ਦੇ ਅੰਦਰ ਵਸ ਰਿਹਾ। ਹੁਣ ਜੇ ਸੱਚਾ ਇਸ ਘਰ ਦੇ ਵਿੱਚ ਵਸ ਰਿਹਾ ਤੇ ਸਾਰਾ ਪਸਾਰਾ ਸੱਚ ਦਾ ਹੋਇਆ। ਭਾਵ ਸੱਚੇ ਦਾ ਪਸਾਰਾ, ਸੱਚੇ ਦਾ ਘਰ ਹੈ ਤੇ ਸੱਚਾ ਹੀ ਹੋਵੇਗਾ, ਝੂਠਾ ਨਹੀਂ ਹੈ। ਪਰ ਵਿਚਾਰ ਆਪਣੀ ਗੁਰੂ ਪਿਆਰਿਓ ਇੱਥੇ ਸਾਡੀ ਬੁੱਧ ਖੜ ਜਾਂਦੀ ਆ ਕਿ ਜਦੋਂ ਅਸੀਂ ਅੰਦਰ ਬੈਠੇ ਉਸ ਸੱਚੇ ਨੂੰ ਨਹੀਂ ਦੇਖਦੇ ਤੇ ਸਰੀਰਕ ਮੋਹ ਦੇ ਵਿੱਚ, ਪਦਾਰਥਕ ਮੋਹ ਦੇ ਵਿੱਚ ਪੈ ਕੇ ਤੇ ਆਪਾਂ ਉੱਪਰੋਂ ਜਿਹੜੇ ਮਿੱਟੀ ਦੇ ਬਣੇ ਪਦਾਰਥ ਆ ਉਹਨਾਂ ਦੇ ਨਾਲ ਮੋਹ ਕਰ ਲੈਂਦੇ ਆ। ਅੰਦਰ ਜਿਹੜਾ ਸੱਚ ਬੈਠਾ ਹੈ ਉਸ ਸੱਚ ਦੇ ਨਾਲ ਨਹੀਂ ਜੁੜਦੇ। ਜਿਵੇਂ ਆਪਾਂ ਕਹਿ ਦਈਏ ਕਿ ਜਿਹੜਾ ਤੇ ਹੋਵੇ ਸਿਆਣਾ ਪੁਰਖ, ਉਹਨੂੰ ਜੇ ਮਿਲ ਜਾਵੇ ਨਾਰੀਅਲ, ਵਿਚਾਰ ਨੂੰ ਸੁਣਨਾ ਧਿਆਨ ਦੇ ਨਾਲ, ਜੇ ਤਾਂ ਨਾਰੀਅਲ ਮਿਲਿਆ ਕਿਸੇ ਸਿਆਣੇ ਪੁਰਖ ਨੂੰ, ਉਹਨੂੰ ਪਤਾ ਹੈ ਕਿ ਇਹਦੇ ਅੰਦਰ ਜਿਹੜਾ ਉਹ ਸਵਾਦਿਸ਼ਟ ਪਦਾਰਥ ਹੁੰਦਾ ਜਿਹਨੂੰ ਗਿਰੀ ਕਿਹਾ ਜਾਂਦਾ, ਉਹ ਅਸੀਂ ਕੱਢ ਕੇ ਖਾ ਸਕਦੇ ਹਾਂ ਜੀ। ਉਹਨੇ ਉੱਪਰੋਂ ਦੀ ਉਹਦੇ ਛਿਲਕਾ ਉਤਾਰੀ, ਛਿੱਲੜ ਲਾਇਆ, ਛਿੱਲੜ ਲਾ ਕੇ ਉਸ ਨੂੰ ਤੋੜਿਆ, ਤੋੜ ਕੇ ਉਹਦੇ ਵਿੱਚੋਂ ਗਿਰੀ ਨੂੰ ਕੱਢਿਆ, ਅੰਦਰੋਂ ਸਵਾਦਿਸ਼ਟ ਜਲ ਪੀਤਾ। ਹੁਣ ਜਿਹੜਾ ਤੇ ਹੋਵੇ ਮੇਰੇ ਵਰਗਾ ਮੂਰਖ, ਉਹਨੂੰ ਮਿਲ ਜਾਵੇ ਨਾਰੀਅਲ ਤੇ ਹੁਣ ਉਹ ਦੂਜੇ ਵੱਲ ਵੇਖੇ ਤੇ ਉਹ ਵੇਖੇ ਬੜਾ ਉਹਨੇ ਸਵਾਦ ਲਿਆ ਇਹਦੇ ਵਿੱਚੋਂ, ਹੁਣ ਉੱਪਰੋਂ ਦੀ ਜਿਹੜਾ ਉਹ ਘਾਸ ਫੂਸ ਨੂੰ ਖਾਣਾ ਸ਼ੁਰੂ ਕਰ ਦੇਵੇ, ਜਿਹੜਾ ਉੱਪਰ ਛਿੱਲੜ ਲੱਗਾ ਉਹਨੂੰ ਖਾਣਾ ਸ਼ੁਰੂ ਕਰ ਦੇਵੇ, ਤੇ ਉਹਨੂੰ ਅਣਪੜ ਗਵਾਰ ਕਿਹਾ ਜਾਂਦਾ। ਸੰਸਾਰਕ ਤੌਰ ਤੇ ਅਸੀਂ ਇਦਾਂ ਹੀ ਕਰਦੇ ਹਾਂ। ਤੇ ਇਹੋ ਗੱਲ ਹੈ, ਅੰਦਰ ਸੁੱਖ ਵਸਦਾ ਆ। ਅਸੀਂ ਜੀਵਾਂ ਦੇ ਨਾਲ ਜੁੜ ਕੇ, ਪਦਾਰਥਾਂ ਦੇ ਨਾਲ ਜੁੜ ਕੇ ਤੇ ਉਹਨਾਂ ਦੇ ਕੋਲੋਂ ਦੁੱਖ ਪ੍ਰਾਪਤ ਕਰ ਰਹੇ। ਅਸੀਂ ਜਿੰਨੇ ਪਦਾਰਥਾਂ ਦੇ ਨਾਲ ਜੁੜੇ ਜਾਂਦੇ ਆ, ਪਦਾਰਥਕ ਹੋਈ ਜਾਂਦੇ ਆ। ਜਿੰਨਾ ਸਾਡੇ ਕੋਲ ਸਾਜੋ ਸਮਾਨ ਘਰ ਦੇ ਵਿੱਚ ਆਪਣੇ ਸੁੱਖ ਸੁਵਿਧਾਵਾਂ ਦਾ ਇਕੱਠਾ ਹੋਈ ਜਾਂਦਾ, ਉਹਨਾਂ ਜੀਵ ਦੁਖੀ ਹੋਈ ਜਾਂਦਾ ਹੈ।
ਅੱਜ ਦੇ ਮਨੋਵਿਗਿਆਨਕ ਵੀ ਇਸ ਗੱਲ ਨੂੰ ਮੰਨਦੇ ਨੇ, ਕਿਉਂਕਿ ਅਸੀਂ ਉੱਪਰਲੇ ਪਦਾਰਥਕ ਵਸਤਾਂ ਦੇ ਨਾਲ ਜੁੜ ਰਹੇ। ਅੰਦਰ ਵਸਦਾ ਜੇ ਬ੍ਰਹਮ ਦਿਸ ਜਾਂਦਾ ਤੇ ਸਾਨੂੰ ਉਸ ਗਿਰੀ ਦਾ ਸਵਾਦ ਆ ਜਾਣਾ ਸੀ, ਜਿਹਨੂੰ ਗੁਰਦੇਵ ਜੀ ਬਾਣੀ ਵਿੱਚ ਆਨੰਦ ਕਹਿੰਦੇ ਆ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਜ ਸੇਤੀ, ਮਨ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਨੇ ਆਈਆ। ਇਹ ਆਨੰਦ ਪ੍ਰਾਪਤ ਹੋ ਜਾਣਾ ਸੀ। ਤੇ ਇਹ ਆਨੰਦ ਜਿਹੜਾ ਹੁਣ ਅੰਦਰੋਂ ਜਿਹਨੇ ਸਾਨੂੰ ਇਹ ਦੱਸਿਆ ਕਿ ਭਾਈ ਨਾਰੀਅਲ ਦੇ ਵਿੱਚੋਂ ਗਿਰੀ ਇਸ ਤਰ੍ਹਾਂ ਕੱਢੀ ਦੀ ਆ, ਉਹ ਸਾਡਾ ਕੀ ਬਣਿਆ ਜੀ? ਉਸਤਾਦ, ਟੀਚਰ, ਗੁਰੂ। ਜਿਹਨੇ ਹੁਣ ਜੀਵਨ ਦੇ ਵਿੱਚੋਂ ਅਸਲੀ ਸੁੱਖ ਪ੍ਰਾਪਤ ਕਰਨਾ ਦੱਸਣਾ, ਉਹ ਕੇਵਲ ਪੂਰਾ ਗੁਰੂ ਹੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਦੇ ਵਿੱਚ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ। ਇਹਦੇ ਵਰਗਾ, ਇਹਦੇ ਬਰਾਬਰ ਦਾ ਕੋਈ ਗੁਰੂ ਨਹੀਂ ਸੰਸਾਰ ਦੇ ਉੱਤੇ। ਇਸ ਕਰਕੇ ਇਹਦੇ ਵਿੱਚੋਂ ਹੀ ਇਹ ਉਪਦੇਸ਼ ਮਿਲ ਰਿਹਾ ਸਾਨੂੰ ਕਿ ਸੱਚੇ ਕਾ ਵਿੱਚ ਵਾਸ, ਇਸ ਸਾਰੀ ਸ੍ਰਿਸ਼ਟੀ ਦੇ ਅੰਦਰ ਉਸ ਸੱਚੇ ਦਾ ਵਾਸ ਹੈ। ਇਕ ਨਾ ਹੁਕਮ ਸਮਾਏ ਲਏ, ਇਕ ਨਾ ਹੁਕਮੇ ਕਰੇ ਵਿਨਾਸ਼। ਇਕ ਨਾ ਭਾਣੈ ਕੱਢ ਲਏ, ਇਕ ਨਾ ਮਾਇਆ ਵਿੱਚ ਨਿਵਾਸ। ਗੁਰਦੇਵ ਜੀ ਕਹਿੰਦੇ ਇਹ ਦੋਵੇਂ ਪੰਕਤੀਆਂ ਇੱਕੋ ਮਜ਼ਮੂਨ ਰੱਖਦੀਆਂ, ਇੱਕੋ ਤਰ੍ਹਾਂ ਦੇ ਰਲਵੇ ਮਿਲਵੇ ਅਰਥ ਰੱਖਦੀਆਂ ਨੇ। ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਨੂੰ ਹੁਕਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੰਦਾ, ਸੰਸਾਰ ਤੇ ਪੈਦਾ ਕਰਕੇ ਭੇਜ ਦਿੰਦਾ, ਭਾਵ ਉਪਜਾ ਦਿੰਦਾ ਹੈ। ਤੇ ਇੱਕ ਨੂੰ ਹੁਕਮ ਦੇ ਵਿੱਚ ਹੀ ਵਿਨਾਸ਼, ਭਾਵ ਖਤਮ ਕਰ ਦਿੰਦਾ ਹੈ। ਜਿਹਨੂੰ ਗੁਰਦੇਵ ਜੀ ਕਹਿੰਦੇ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਪ੍ਰਭ ਭਾਵੈ ਤਾ ਪਤ ਤੇ ਉਧਾਰੈ। ਆਪ ਕਰੇ ਆਪਨ ਵਿਚਾਰੈ। ਇਹ ਅਵਸਥਾ ਬਣਦੀ ਹੈ। ਇਹ ਅਕਾਲ ਪੁਰਖ ਦਾ ਇਹ ਕਾਰਜ ਹੈ। ਕਾਰਜ ਵੀ ਪੁੱਛਿਆ ਨਾ ਪੀਰ ਦਸਤਗੀਰ ਨੇ। ਤੇ ਪਾਤਸ਼ਾਹ ਜੀ ਕਹਿੰਦੇ ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਨੂੰ ਤੇ ਹੁਕਮ ਦੇ ਵਿੱਚ ਸਮਾ ਲੈਂਦਾ, ਭਾਵ ਤਿਆਰ ਕਰ ਦਿੰਦਾ, ਬਣਾ ਦਿੰਦਾ, ਆਪਣੇ ਆਪ ਦੇ ਅੰਦਰ ਸਮਾ ਲੈਂਦਾ। ਜਿਨ੍ਹਾਂ ਦੇ ਉੱਪਰ ਬਖਸ਼ਿਸ਼ ਕਰਕੇ ਨਾਮ ਦੀ ਦਾਤ ਦੇ ਦੇਵੇ। ਜਿਨ ਸੇਵਿਆ ਮੇਰਾ ਹਰ ਜੀਤੇ। ਹਰ ਹਰ ਰੂਪ ਸਮਾਸੀ ਉਹਦੇ ਵਿੱਚ ਸਮਾ ਜਾਂਦੇ ਨੇ। ਤੇ ਉਹਨਾਂ ਸਮਾਉਣ ਵਾਲਿਆਂ ਦੀ ਤੇ ਬਖਸ਼ਿਸ਼ ਕਰ ਦਿੰਦਾ ਉਹਨਾਂ ਦੇ ਉੱਪਰ। ਦੂਜੇ ਗੁਰਦੇਵ ਜੀ ਕਹਿੰਦੇ ਕਿ ਨਾ ਹੁਕਮੇ ਕਰੇ ਵਿਨਾਸ਼। ਜੇ ਸੰਸਾਰ ਤੇ ਕੋਈ ਵਿਣਸ ਜਾਂਦਾ, ਭਾਵ ਵਿਲਕ ਵਿਲਕ ਕੇ ਖਤਮ ਹੋ ਜਾਂਦਾ ਹੈ, ਉਹ ਵੀ ਉਹਦੇ ਹੁਕਮ ਦੇ ਵਿੱਚ ਹੈ। ਜਪਜੀ ਸਾਹਿਬ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਬਚਨ ਆਉਂਦਾ, ਇੱਕ ਲਗਭਗ 4-5 ਅੱਖਰਾਂ ਦੀ ਪੰਕਤੀ ਆ। ਗੁਰਦੇਵ ਜੀ ਕਹਿੰਦੇ ਨਾਨਕ ਉੱਤਮ ਨੀਚ ਨਾ ਕੋਈ। ਕਿ ਉੱਤਮ ਨੀਚ ਨਹੀਂ ਸੰਸਾਰ ਦੇ ਅੰਦਰ ਕੋਈ ਵੀ। ਇਹ ਅਕਾਲ ਪੁਰਖ ਆਪ ਲੋਕਾਂ ਨੂੰ ਉੱਤਮ ਬਣਾ ਰਿਹਾ, ਚੰਗਾ ਆਚਰਣ, ਚੰਗੀ ਸਿੱਖਿਆ ਦੇ ਕੇ। ਤੇ ਉਹ ਅਕਾਲ ਪੁਰਖ ਰੱਬ ਜੀ ਆਪ ਹੀ ਲੋਕਾਂ ਨੂੰ ਮਾੜਾ ਬਣਾ ਰਹੇ ਆ ਸੰਸਾਰਕ ਤੌਰ ਤੇ। ਜਿਹਨੂੰ ਆਪਾਂ ਮਾੜਾ ਕਹਿ ਦਿੰਦੇ, ਉਹ ਵੀ ਬੁੱਧ ਅਕਾਲ ਪੁਰਖ ਨਹੀਂ, ਉਹਨਾਂ ਦੇ ਉਦਾਂ ਦੀ ਬੁੱਧ ਪਾਈ ਹੈ। ਗੁਰਦੇਵ ਜੀ ਕਹਿੰਦੇ ਨਾ ਕੋ ਮੂਰਖ ਨਾ ਕੋ ਸਿਆਣਾ। ਵਰਤੈ ਸਭ ਕਿਛ ਤੇਰਾ ਭਾਣਾ। ਭਾਣਾ ਕਹਿੰਦੇ ਹੁਕਮ ਨੂੰ। ਕਹਿੰਦੇ ਭਾਈ ਤੇਰਾ ਭਾਣਾ ਵਰਤ ਰਿਹਾ, ਤੇਰਾ ਹੁਕਮ ਵਰਤ ਰਿਹਾ ਹੈ ਅਕਾਲ ਪੁਰਖ ਜੀ ਸੰਸਾਰ ਦੇ ਉੱਪਰ। ਨਾ ਕੋ ਮੂਰਖ ਨਾ ਕੋ ਸਿਆਣਾ। ਨਾ ਤੇ ਕੋਈ ਮੂਰਖ ਆ, ਭਾਵ ਜਿਹਨੂੰ ਆਪਾਂ ਸੰਸਾਰਕ ਤੌਰ ਤੇ ਕਹਿ ਸਕੀਏ ਭਾਈ ਇਹ ਮੂਰਖ ਆ, ਇਹ ਨਾਰੀਅਲ ਦੇ ਵਿੱਚੋਂ ਉੱਪਰਲਾ ਘਾਹ ਖਾ ਰਿਹਾ, ਉੱਪਰਲਾ ਛਿੱਲੜ ਖਾ ਰਿਹਾ। ਤੇ ਨਾ ਕੋ ਸਿਆਣਾ, ਨਾ ਹੀ ਕੋਈ ਸਿਆਣਾ ਸੰਸਾਰ ਦੇ ਵਿੱਚ ਜਿਹੜਾ ਅੰਦਰ, ਭਾਵ ਹੈ ਜ਼ਰੂਰ। ਗੁਰਦੇਵ ਜੀ ਕਹਿੰਦੇ ਜਪਜੀ ਸਾਹਿਬ ਦੀ ਬਾਣੀ ਦੇ ਅੰਦਰ ਬਚਨ ਆਉਂਦਾ ਕਿ ਕੇਵਲ ਉੱਤਮ ਤੇ ਨੀਚ ਕਹਿਣ ਦੀ ਗੱਲਾਂ ਨਹੀਂ ਨੇ। ਕਰ ਕਰ ਕਰਨਾ ਲਿਖ ਲੈ ਜਾਏ। ਕਰ ਕਰਕੇ ਅਸੀਂ ਲਿਖ ਕੇ ਲਿਜਾ ਰਹੇ, ਪਰ ਇਹ ਕਿਸੇ ਜੀਵ ਦੇ ਆਪਣੇ ਹੱਥ ਵਸ ਨਹੀਂ। ਜਿਵੇਂ ਆਪਾਂ ਬਚਨ ਸਾਂਝਾ ਕੀਤਾ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚੋਂ ਕਿ ਕਹੋ ਮਾਨਕ ਉਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ।
ਮਨੁੱਖ ਦੇ ਕੋਲੋਂ ਕੁਝ ਹੋਣ ਵਾਲਾ ਨਹੀਂ। ਮਨੁੱਖ ਦੀ ਇੰਨੀ ਸ਼ਮਤਾ, ਇੰਨਾ ਬਲ ਨਹੀਂ। ਜਦੋਂ ਤੱਕ ਉਹ ਜੋਤ ਪਸਰ ਰਹੀ ਆ, ਉਹ ਆਪ ਬਿਧ ਬਣਾ ਕੇ ਤੇ ਸਾਰੇ ਕਾਰਜ ਕਰਾ ਰਿਹਾ ਜੀਵਨ ਦੇ ਅੰਦਰ। ਮਨੁੱਖ ਦੇ ਪਾਸੋਂ ਕੁਝ ਹੋਣ ਵਾਲਾ ਨਹੀਂ। ਗੁਰਦੇਵ ਜੀ ਕਹਿੰਦੇ ਜੇ ਇਹ ਕੁਝ ਕਰ ਸਕਦਾ ਹੁੰਦਾ, ਕਹੋ ਮਾਨੁਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸਕੈ ਹਾਥ ਹੋਏ ਤਾਂ ਸਭ ਕਿਛ ਲੈ। ਜੇ ਕੁਝ ਕਰ ਸਕਦਾ ਹੁੰਦਾ ਤੇ ਇਸ ਸੰਸਾਰ ਦੇ ਸਾਰੇ ਪਦਾਰਥ ਇਕੱਠੇ ਹੀ ਕਰ ਲੈਂਦਾ। ਜੇ ਜੀਵ ਦੇ ਆਪਣੇ ਹੱਥ ਵਸ ਹੁੰਦਾ ਤੇ ਕੌਣ ਨਹੀਂ ਰੱਬ ਨੂੰ ਮਿਲਣਾ ਚਾਹੁੰਦਾ। ਜੇ ਜੀਵ ਦੇ ਆਪਣੇ ਹੱਥ ਵਸ ਹੁੰਦਾ ਤੇ ਕਿਹੜਾ ਪੁਰਖ ਆ ਸੰਸਾਰ ਦੇ ਵਿੱਚ ਉਹ ਬ੍ਰਹਮ ਗਿਆਨ ਨੂੰ ਨਹੀਂ ਪ੍ਰਾਪਤ ਕਰਨਾ ਚਾਹੇਗਾ, ਜਿਹਦੇ ਨਾਲ ਸੰਸਾਰ ਤੇ ਇੰਨਾ ਸਤਿਕਾਰ ਹੁੰਦਾ, ਜਿਹਦੇ ਨਾਲ ਇੱਕ ਸੁੱਖ ਦੀ ਅਵਸਥਾ, ਸਦੀਵੀ ਸੁੱਖ ਦੀ, ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਕੌਣ ਸੁੱਖ ਨਹੀਂ ਚਾਹੁੰਦਾ। ਪਰ ਪਾਤਸ਼ਾਹ ਜੀ ਕਹਿੰਦੇ ਭਾਈ ਮਨੁੱਖ ਜਿਹੜਾ ਨਾ ਉਹ ਸੰਸਾਰਕ ਸੁੱਖਾਂ ਦੇ ਯਤਨ ਕਰਦਾ। ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਪਰ ਹੋ ਕੀ ਜਾਂਦਾ, ਨਰ ਚਾਹਤ ਕਛ ਔਰ, ਔਰੈ ਕੀ ਔਰੈ ਭਈ। ਹੋਰ ਦਾ ਹੋਰ ਹੀ ਹੋ ਜਾਂਦਾ ਸੰਸਾਰ ਦੇ ਵਿੱਚ ਜਦੋਂ ਸੋਚਦਾ ਰਹਿੰਦਾ ਜੀਵ ਕਿ ਮੈਂ ਆਹ ਕਰਾਂਗਾ, ਮੈਂ ਆਹ ਕਰਾਂ। ਇੱਕ ਨਾ ਭਾਣੈ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਫਿਰ ਪਾਤਸ਼ਾਹ ਜੀ ਕਹਿੰਦੇ ਭਾਈ ਇੱਕ ਨਾ ਜਿਨ੍ਹਾਂ ਤੇ ਬਖਸ਼ਿਸ਼ ਕਰ ਦੇਵੇ, ਉਹ ਭਾਣੇ ਦੇ ਵਿੱਚ ਹੀ, ਹੁਕਮ ਦੇ ਵਿੱਚ ਹੀ ਇਸ ਸੰਸਾਰ ਦੇ ਮਾਇਆ ਦੇ ਬੰਧਨਾਂ ਦੇ ਵਿੱਚੋਂ ਦੀ ਉਹਨਾਂ ਨੂੰ ਕੱਢ ਲੈਂਦਾ ਹੈ। ਤੇ ਇੱਕ ਨਾ ਮਾਇਆ ਵਿੱਚ ਨਿਵਾਸ। ਤੇ ਕੁਝ ਉਹ ਨੇ ਜਿਹੜੇ ਮਾਇਆ ਦੇ ਵਿੱਚ ਹੀ ਸਾਰੇ ਜੀਵਨ ਖਚਿਤ ਰਹਿ ਜਾਂਦੇ ਨੇ, ਜਿਹੜੇ ਅਖੀਰਲੇ ਸਮੇਂ ਦੇ ਵਿੱਚ ਵੀ ਉਹੀ ਕਾਰਜ ਕਰਦੇ ਜਿਹੜਾ ਭਗਤ ਤ੍ਰਿਲੋਚਨ ਜੀ ਕਹਿੰਦੇ ਨਾ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵੱਲ ਵੱਲ ਅਵਤਰੈ। ਉਹ ਜੀਵਨ ਦੇ ਅੰਤਲੇ ਸਮੇਂ ਦੇ ਅੰਦਰ ਵੀ ਇਸੇ ਮਾਇਆ ਦੀ ਗ੍ਰਸਤਾ ਦੇ ਵਿੱਚ ਹੀ ਰਹਿੰਦੇ ਆ, ਇਸੇ ਮਾਇਆ ਵਿੱਚ ਹੀ ਗ੍ਰਸੇ ਰਹਿੰਦੇ ਆ, ਇਸੇ ਮਾਇਆ ਦੇ ਬੰਧਨਾਂ ਵਿੱਚ ਹੀ ਉਹ ਬੰਧੇ ਰਹਿੰਦੇ ਨੇ ਸਾਰਾ ਜੀਵਨ। ਤੇ ਅਖੀਰਲੇ ਸਮੇਂ ਵਿੱਚ ਵੀ ਇਹੋ ਕਾਰਜ ਬਣਦਾ ਕਿ ਪੁੱਤਰ ਆ ਫਲਾਣੀ ਥਾਂ ਤੇ ਇੱਕ ਪਲਾਟ ਆ, ਉਹਦੀ ਰਜਿਸਟਰੀ ਕਰਾ ਲਿਓ। ਜਦ ਬਾਪੂ ਨੇ ਰਹਿਣਾ ਨਹੀਂ ਪਲਾਟ ਦੇ ਅੰਦਰ ਤੇ ਉਹਨੂੰ ਪਲਾਟ ਨਾਲ ਕੀ ਲੱਗਾ ਪਿਆ। ਭਾਵ ਅਖੀਰਲਾ ਸਮਾਂ ਵੀ ਸਾਡਾ ਇਦਾਂ ਦਾ ਗੁਜ਼ਰਦਾ ਆ, ਪਰ ਕੁਝ ਕਿਹਾ ਨਹੀਂ ਜਾ ਸਕਦਾ। ਭਾਵ ਕਿਸੇ ਨੂੰ ਮੂਰਖ ਜਾਂ ਕਿਸੇ ਨੂੰ ਸਿਆਣਾ ਨਹੀਂ ਕਿਹਾ ਜਾ ਸਕਦਾ। ਪਾਤਸ਼ਾਹ ਜੀ ਕਹਿੰਦੇ ਇੱਕ ਨਾ ਭਾਣੈ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਉਹਨੂੰ ਬੁੱਧ ਹੀ ਅਕਾਲ ਪੁਰਖ ਨੇ ਇਸ ਤਰ੍ਹਾਂ ਦੀ ਦਿੱਤੀ ਹੈ। ਹੁਣ ਭਾਣੈ ਕੱਢ ਲਏ ਦੀ ਵਿਚਾਰ ਦੇ ਨਾਲ ਜੁੜੀਏ ਕਿ ਭਾਣੈ ਕੱਢ ਲਏ ਭਾਵ ਇਸ ਜਗਤ ਜਲੰਦੇ ਦੇ ਅੰਦਰ ਸੰਸਾਰ ਸਮੁੰਦਰ ਦੇ ਵਿੱਚ ਡੁੱਬਦੇ ਨੂੰ ਹੱਥ ਦੇ ਕੇ ਉਹ ਕੱਢ ਲੈਂਦਾ ਹੈ, ਪਰ ਜਿਹਦੇ ਤੇ ਹੋ ਜਾਵੇ ਬਖਸ਼ਿਸ਼। ਹੁਣ ਬਖਸ਼ਿਸ਼ ਕਿਵੇਂ ਹੋਣੀ ਆ? ਗੁਰਦੇਵ ਜੀ ਬਾਣੀ ਦੇ ਅੰਦਰ ਅਨੇਕਾਂ ਥਾਵਾਂ ਤੇ ਫਰਮਾਨ ਕਰਦੇ ਆ, ਆਪ ਕਥੈ ਆਪ ਸੁਣਨੇ ਹਾਰ, ਆਪੇ ਏਕ ਆਪ ਵਿਸਥਾਰ, ਜਾ ਤਿਸ ਭਾਵੈ ਤਾ ਸਿਸ਼ਟ ਉਪਾਏ, ਆਪਣੇ ਭਾਣੈ ਲਏ ਸਮਾਏ। ਤਿਸ ਤੇ ਭਿੰਨ ਕਹੋ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਸਾਰਾ ਸੰਸਾਰ ਉਹਦੇ ਸੂਤ ਦੇ ਵਿੱਚ, ਇੱਕ ਧਾਗੇ ਦੇ ਵਿੱਚ ਪਰੋਇਆ ਹੋਇਆ ਹੈ। ਕੋਈ ਵੀ ਉਹਦੇ ਨਾਲੋਂ ਵੱਖਰਾ ਨਹੀਂ, ਇੱਧਰ ਉੱਧਰ ਨਹੀਂ, ਸੰਸਾਰ ਖਿੰਡਿਆ ਨਹੀਂ ਹੈ। ਉਹਦੇ ਸੂਤ ਦੇ ਵਿੱਚ, ਉਹਦੇ ਹੁਕਮ ਦੇ ਧਾਗੇ ਦੇ ਅੰਦਰ ਸਾਰਾ ਸੰਸਾਰ ਪਰੋਇਆ ਹੈ। ਫਿਰ ਆਨੰਦ ਸਾਹਿਬ ਦੇ ਵਿੱਚੋਂ ਆਪਾਂ ਜੇ ਬਚਨ ਪੜ੍ਹੀਏ ਤੇ ਗੁਰਦੇਵ ਜੀ ਕਹਿੰਦੇ, ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਦੁਦਵਾਸੂ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਭਾਵੇਂ ਬਖਸ਼ਿਸ਼ ਦੀ ਗੱਲ ਆ, ਕਰਮ ਕਹਿੰਦੇ ਬਖਸ਼ਿਸ਼ ਨੂੰ। ਤੇ ਕਰਮ ਸ਼ਬਦ ਗੁਰੂ ਪਿਆਰਿਓ ਇਸ ਤਰ੍ਹਾਂ ਦਾ, ਜੇ ਇਹ ਹੋਵੇ ਸੰਸਕ੍ਰਿਤ ਭਾਸ਼ਾ ਦਾ ਤੇ ਇਹਦਾ ਭਾਵ ਹੈ ਕਰਮ ਭਾਵ ਕੰਮ, ਤੇ ਜੇ ਇਹ ਹੋਵੇ ਅਰਬੀ ਫਾਰਸੀ ਭਾਸ਼ਾ ਦਾ ਤੇ ਇਹਦਾ ਭਾਵ ਹੈ ਕਰਮ ਤੋਂ ਭਾਵ ਬਖਸ਼ਿਸ਼। ਇੱਥੇ ਕਰਮ ਤੋਂ ਭਾਵ ਹੈ ਬਖਸ਼ਿਸ਼, ਕਿ ਜੇ ਉਹਦਾ ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿਨੀ ਖਸਮ ਤੇ ਆਇਆ। ਧੁਰੋਂ ਜਿਨ੍ਹਾਂ ਦੇ ਮਸਤਕ ਦੇ ਲੇਖ, ਜਿਨ੍ਹਾਂ ਨੂੰ ਕਰਮ ਪ੍ਰਾਪਤ, ਜਿਨ੍ਹਾਂ ਨੂੰ ਬਖਸ਼ਿਸ਼ ਹੋ ਜਾਵੇ ਤੇ ਉਹੋ ਹੀ ਖਸਮ ਨੂੰ ਧਿਆਉਂਦੇ। ਇਹਨਾਂ ਜਨਤਾ ਕਹਿ ਵਸ ਕਿਛ ਨਾਹੀ, ਤੁਧ ਵੇਖੀ ਜਗ ਤੇ ਉਪਾਇਆ। ਤੂੰ ਆਪ ਅਨੇਕਾਂ ਤਰ੍ਹਾਂ ਦੀਆਂ ਖੇਡਾਂ ਦੇ ਚਰਿੱਤਰ ਜਿਹੜੇ ਦਿਖਾ ਕੇ ਸਾਰਾ ਸੰਸਾਰ ਪੈਦਾ ਕੀਤਾ ਆ। ਇਹਨਾਂ ਜਨਤਾ ਕਹਿ ਵਸ ਕਿਛ ਨਹੀਂ, ਜਨਤਾ ਦੇ ਹੱਥ ਵਸ ਕੋਈ ਵੀ ਕਾਰਜ ਨਹੀਂ।
ਇਹ ਅਕਾਲ ਪੁਰਖ ਨੇ ਆਪ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਹੁਣ ਖੇਲ ਤਾਂ ਗੁਰੂ ਪਿਆਰਿਓ ਇਸ ਤਰ੍ਹਾਂ ਦਾ ਹੀ ਹੁੰਦਾ ਨਾ, ਜਦੋਂ ਤੱਕ ਖੇਡ ਦੇ ਵਿੱਚ ਇੱਕ ਹਾਰੇਗਾ ਨਹੀਂ, ਇੱਕ ਜਿੱਤੇਗਾ ਨਹੀਂ, ਉਦੋਂ ਤੱਕ ਖੇਡ ਦਾ ਆਨੰਦ ਨਹੀਂ ਆ। ਤੇ ਬਚਨ ਆਪਾਂ ਪਹਿਲਾਂ ਪੜਿਆ ਕਿ ਕਰ ਆਸਣ ਡਿਠੋ ਚਾਉ। ਹੁਣ ਸਾਰੇ ਸੰਸਾਰ ਦੇ ਵਿੱਚ ਅਕਾਲ ਪੁਰਖ ਜਿਹੜਾ ਉਹ ਸਮਾਧੀ ਲਗਾ ਕੇ ਉਹ ਬੈਠ ਗਏ, ਬਿਰਾਜਮਾਨ ਹੋ ਗਏ। ਤੇ ਚਾਹ ਦੇ ਨਾਲ ਤੇ ਤਾਂ ਅਸੀਂ ਕਿਸੇ ਖੇਡ ਨੂੰ ਵੇਖਦੇ ਆ ਨਾ, ਜੇ ਖੇਡ ਦੇ ਵਿੱਚ ਇੱਕ ਹਾਰ ਰਿਹਾ ਹੋਵੇ, ਇੱਕ ਜਿੱਤ ਰਿਹਾ ਹੋਵੇ। ਪਾਤਸ਼ਾਹ ਜੀ ਬਚਨ ਕਰਦੇ, ਨਾਨਕ ਭਗਤਾ ਸਦਾ ਵਿਗਾਸ। ਤੇ ਇੱਕ ਦੂਜੀ ਥਾਂ ਤੇ ਬਚਨ ਕਰਦੇ, ਕਹਿੰਦੇ ਨਾਨਕ ਵੇਖਿਆ ਵਿਗਸੈ ਵੇ ਪ੍ਰਵਾਹ। ਵੇਖ ਕੇ ਅਕਾਲ ਪੁਰਖ ਇਸ ਸਾਰੇ ਸੰਸਾਰ ਦੇ ਚਰਿੱਤਰਾਂ ਨੂੰ, ਖੇਡਾਂ ਨੂੰ ਆਪ ਹੀ ਬਣਾ ਕੇ ਤੇ ਆਪ ਹੀ ਵਿਗਸਦਾ ਵੇ ਪ੍ਰਵਾਹ। ਤੇ ਉਹ ਪ੍ਰਵਾਹ ਨਹੀਂ ਕਿਸੇ ਕੰਮ ਦੀ ਕਰਦਾ, ਵੇ ਪ੍ਰਵਾਹ ਹੈ। ਵੇ ਪ੍ਰਵਾਹ ਹੋ ਕੇ ਵਿਗਸ ਰਿਹਾ ਸੰਸਾਰ ਦੇ ਵਿੱਚ। ਵਿਗਸਣ ਤੋਂ ਭਾਵ ਹੈ ਆਨੰਦ ਦੀ ਅਵਸਥਾ, ਅਸੀਮ ਖੁਸ਼ੀ ਦੀ ਅਵਸਥਾ, ਜਿੱਥੇ ਦੁਬਾਰਾ ਦੁੱਖ ਨਹੀਂ। ਚਾਹ ਦੇ ਨਾਲ ਇਸ ਸੰਸਾਰ ਰੂਪੀ ਖੇਡ ਨੂੰ ਵੇਖ ਕੇ ਤੇ ਇਹਦੇ ਵਿੱਚ ਜਿਹੜੇ ਚਰਿੱਤਰ ਖੇਡੇ ਜਾ ਰਹੇ, ਕਰ ਵੀ ਆਪ ਹੀ ਰਿਹਾ ਤੇ ਵੇਖ ਵੀ ਆਪ ਹੀ ਰਿਹਾ। ਜਿਵੇਂ ਬਚਨ ਪੜਿਆ, ਆਪ ਕਥਾ ਆਪ ਸੁਣਦੇ, ਆਪ ਹੀ ਬੋਲ ਰਿਹਾ ਤੇ ਆਪ ਹੀ ਸੁਣ ਰਿਹਾ ਤੇ ਆਪ ਹੀ ਇਹ ਸਾਰਾ ਸੰਸਾਰ ਫਿਰ ਬਹਿ ਕੇ ਤੇ ਵੱਖਰਾ ਵੇਖ ਵੀ ਰਿਹਾ। ਬੈਠਾ ਵੇਖਿਆ ਵੱਖ ਇਕੇਲਾ। ਤੇ ਹੈ ਸਾਰੀ ਕੁਦਰਤ ਖੇਡ ਦੇ ਰੂਪ ਦੇ ਵਿੱਚ। ਪਾਤਸ਼ਾਹ ਜੀ ਕਹਿੰਦੇ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਮਾਇਆ ਉਹਦੀ ਆਗਿਆ ਦੇ ਵਿੱਚ ਜਿਹਦੇ ਤੇ ਪ੍ਰਭਾਵ ਪਾ ਰਹੀ ਆ, ਉਹਦੇ ਹੁਕਮ ਦੇ ਵਿੱਚ ਪਾ ਰਹੀ ਆ ਪ੍ਰਭਾਵ। ਤੇ ਜਿਹੜਾ ਉਸਦੇ ਪ੍ਰਭਾਵ ਤੋਂ ਰਹਿਤ ਹੈ, ਉਹ ਵੀ ਉਹਦੇ ਹੁਕਮ ਦੇ ਵਿੱਚ ਪ੍ਰਭਾਵ ਤੋਂ ਰਹਿਤ ਹੈ। ਹਰ ਰਾਸ ਮੇਰੀ ਮਨਮ ਨਜ਼ਾਰਾ, ਹਰ ਰਾਸ ਮੇਰੀ ਮਨਮ ਨਜ਼ਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ। ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣ। ਗੁਰਦੇਵ ਜੀ ਕਹਿੰਦੇ, ਇਹ ਧਨ ਤਿਨਾ ਮਿਲਿਆ, ਇਹ ਉਹਨਾਂ ਨੂੰ ਮਿਲਦਾ ਜਿਨ੍ਹਾਂ ਤੇ ਆਪ ਭਾਣੇ ਦੇ ਵਿੱਚ, ਹੁਕਮ ਦੇ ਵਿੱਚ ਬਖਸ਼ਿਸ਼ ਕਰ ਦੇਵੇ। ਇੱਕ ਨਾ ਭਾਣਾ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਭਾਵ ਜੀਵ ਦੇ ਰੂਪ ਦੇ ਵਿੱਚ ਕਿਸੇ ਨੂੰ ਇਹ ਨਹੀਂ ਕਿਹਾ ਜਾ ਸਕਦਾ। ਹਾਂ, ਇੱਕ ਕਾਰਜ ਹੋ ਸਕਦਾ ਗੁਰੂ ਪਿਆਰੇ, ਹੁਣ ਚਿੱਤ ਦੇ ਵਿੱਚ ਇਹ ਨਾ ਆਵੇ ਕਿ ਭਾਈ ਅਸੀਂ ਸਾਰੇ ਉਹਦੇ ਹੁਕਮ ਦੇ ਵਿੱਚ ਕੰਮ ਕਰ ਰਹੇ ਹਾਂ, ਤੇ ਜੇ ਮੈਂ ਕੋਈ ਮਾੜਾ ਕਾਰਜ ਕਰ ਰਿਹਾ ਤੇ ਇਹ ਵੀ ਉਹਦੇ ਹੁਕਮ ਦੇ ਵਿੱਚ ਹੀ ਕਰ ਰਹੇ ਹਾਂ। ਇਹ ਜਿਹੜਾ ਸਾਡੇ ਲੇਖ ਲਿਖੇ ਗਏ ਆ, ਜਿਹੜਾ ਸਾਡਾ ਇੱਕ ਨਾ ਭਾਣਾ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਸਾਡੇ ਪਿਛਲੇ ਕਰਮਾਂ ਦੇ ਕਰਕੇ ਲਿਖੇ ਗਏ ਆ ਜੀ। ਕਿਉਂਕਿ ਪਿਛਲੇ ਕਰਮਾਂ ਦੇ ਕਰਕੇ ਸਾਡਾ ਜਿਹੜੀ ਅੰਤਰ ਆਤਮਾ ਸੀ, ਜਿਹੜਾ ਆਤਮ ਸੀ, ਜਿਹੜੀ ਰੂਹ ਸੀ, ਜੋਤ ਰੂਪ ਜਿਹੜੀ, ਉਸ ਦੇ ਉੱਪਰ ਉਹਨਾਂ ਕਰਮਾਂ ਦਾ ਪ੍ਰਭਾਵ ਪੈ ਗਿਆ। ਆਪਾਂ ਕਹਿੰਦੇ ਆ ਨਾ, ਸਜ਼ਾ ਭੁਗਤਦਾ ਜੀਵ ਬਾਅਦ ਦੇ ਵਿੱਚ। ਅੱਗੇ ਪੌੜੀ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ, ਬਚਨ ਕਰਦੇ ਆ, ਨਾਨਕ ਜੀ ਉਪਾਇ ਕਹਿ ਲਿਖਨਾਵੈ ਧਰਮ ਬਹਾਲਿਆ। ਭਾਵ ਜੋ ਕੁਝ ਵੀ ਆਪਾਂ ਕੀਤਾ ਉਹ ਸਾਡੇ ਲੇਖੇ ਦੇ ਰੂਪ ਜਿੰਦ ਦੇ ਨਾਲ ਲਿਖਿਆ ਗਿਆ ਅੰਦਰ। ਹੁਣ ਉਹਦਾ ਪ੍ਰਭਾਵ ਅੰਦਰ ਰਹਿ ਗਿਆ, ਉਸ ਪ੍ਰਭਾਵ ਦੇ ਕਾਰਨ ਕਰਕੇ ਅਗਲਾ ਜਨਮ ਪ੍ਰਾਪਤ ਹੋਇਆ। ਹੁਣ ਉਹ ਅਗਲਾ ਜਨਮ ਭਗਤ ਦਾ ਪ੍ਰਾਪਤ ਹੋ ਰਿਹਾ ਜਾਂ ਕਿਸੇ ਪਾਪੀ ਦਾ ਪ੍ਰਾਪਤ ਹੋ ਰਿਹਾ। ਇਹ ਸਾਡੇ ਹੁਣ ਦੀ ਵਿਚਾਰ ਕਰਕੇ ਹੈ। ਪਰ ਵਿਚਾਰ ਇਹ ਹੈ ਕਿ ਜੇ ਪਿਛਲੇ ਜਨਮ ਕਰਕੇ ਸਾਡਾ ਹੁਣ ਦੇ ਜਨਮ ਦਾ ਇਹ ਕਾਰਜ ਲਿਖਿਆ ਗਿਆ ਹੈ ਕਿ ਪਿਛਲੇ ਜਨਮ ਦੇ ਸੰਸਕਾਰਾਂ ਕਰਕੇ, ਪ੍ਰਭਾਵਾਂ ਕਰਕੇ ਅਸੀਂ ਹੁਣ ਦੇ ਜਨਮ ਦੇ ਵਿੱਚ ਜਾਂ ਪਾਪ ਕਮਾ ਰਹੇ ਹਾਂ, ਜਾਂ ਪੁੰਨ ਕਰ ਰਹੇ ਹਾਂ, ਜਾਂ ਚੰਗਿਆਈ ਕਰ ਰਹੇ ਹਾਂ, ਜਾਂ ਬੁਰਿਆਈ ਕਰ ਰਹੇ ਹਾਂ, ਇਸ ਦੇ ਕਰਦੇ ਰਹਿਣ ਦੇ ਵਿੱਚ ਸਿਆਣਪ ਨਹੀਂ ਕਿਹਾ ਜਾ ਸਕਦਾ। ਇਹ ਲੇਖ ਬਦਲੇ ਜਾ ਸਕਦੇ ਨੇ। ਹੁਣ ਚੰਗੇ ਬਣਿਆ ਜਾ ਸਕਦਾ ਹੈ। ਚੰਗੇ ਇਦਾਂ ਬਣਿਆ ਜਾ ਸਕਦਾ ਜੀ, ਗੁਰੂ ਦੇ ਕੋਲ ਆ ਕੇ ਮਸਤਕ ਦੇ ਲੇਖ ਬਦਲੇ ਜਾ ਸਕਦੇ ਨੇ। ਗੁਰੂ ਪਾਤਸ਼ਾਹ ਜੀ ਦੇ ਪਾਸ ਇੱਕ ਸੇਵਕ ਆਇਆ, ਇੱਕ ਗੁਰਸਿੱਖ ਆਇਆ। ਮਨ ਦੇ ਵਿੱਚ ਉਹਦੇ ਸ਼ੰਕਾ ਸੀ, ਕਹਿੰਦਾ ਕਿ ਗੁਰੂ ਪਾਤਸ਼ਾਹ ਜੀ, ਜਿਵੇਂ ਨਾ ਸਾਡੇ ਲੇਖ ਜਿਹੜੇ ਆ ਮਸਤਕ ਦੇ ਧੁਰੋਂ ਲਿਖੇ ਗਏ ਨੇ। ਗੁਰਦੇਵ ਜੀ ਕਹਿੰਦੇ, ਬਿਲਕੁਲ ਲਿਖੇ ਗਏ।
ਕਹਿੰਦੇ ਜੇ ਕੋਈ ਪਾਪ ਕਰਦਾ ਉਹ ਵੀ ਧੁਰ ਦੇ ਲਿਖੇ ਲੇਖਾਂ ਦੇ ਅਨੁਸਾਰ ਕਰ ਰਿਹਾ, ਜੇ ਕੋਈ ਪੁੰਨ ਕਰ ਰਿਹਾ, ਚੰਗਿਆਈ ਕਰ ਰਿਹਾ, ਚੰਗਾ ਕਾਰਜ ਕਰ ਰਿਹਾ, ਬੰਦਗੀ ਸਿਮਰਨ ਵਾਲਾ ਆ, ਉਹ ਵੀ ਉਹਦੇ ਧੁਰ ਦੇ ਲਿਖੇ ਲੇਖਾਂ ਦੇ ਕਰਕੇ ਆ। ਤੇ ਫਿਰ ਗੁਰੂ ਦੇ ਕੋਲ ਆਉਣ ਦਾ ਕੀ ਲਾਹਾ ਹੋਇਆ? ਗੁਰਦੇਵ ਜੀ ਨੇ ਜਵਾਬ ਨਹੀਂ ਦਿੱਤਾ। ਉਹਨਾਂ ਨਾ ਮੋਹਰ ਮੰਗਾਈ ਤੋਸੇ ਖਾਨੇ ਦੇ ਵਿੱਚੋਂ, ਮੋਹਰ ਮੰਗਾ ਕੇ ਗੁਰਸਿੱਖ ਨੂੰ ਆਖਿਆ, ਭਾਈ ਇਹ ਤੂੰ ਆਪਣੇ ਹੱਥ ਦੇ ਵਿੱਚ ਫੜ। ਹੱਥ ਦੇ ਵਿੱਚ ਫੜੀ ਤੇ ਮੋਹਰ ਵੇਖੀ, ਕਹਿੰਦੇ ਇਸ ਨੂੰ ਵੇਖ ਇਹਦੇ ਅੱਖਰ ਪੁੱਠੇ ਆ ਨਾ। ਹੁਣ ਕਾਗਜ਼ ਲੈ ਕੇ ਤੇ ਇਸ ਨੂੰ ਉਹਦੇ ਉੱਪਰ ਸੁੱਟ ਕੇ ਮਾਰ, ਜ਼ੋਰ ਦੀ ਠੱਪਾ ਲਾ। ਇਹਨੂੰ ਇਹਦਾ ਸਿਰ ਜਿਹੜਾ ਹੈ ਉਹ ਕਾਗਜ਼ ਦੇ ਉੱਪਰ ਮਾਰ, ਕਾਗਜ਼ ਦੇ ਉੱਪਰ ਇਸ ਨੂੰ ਰੱਖ। ਤੇ ਜਦੋਂ ਰੱਖਿਆ ਤੇ ਫਿਰ ਕਹਿੰਦਾ ਜੀ ਹੁਣ ਤੇ ਅੱਖਰ ਸਿੱਧੇ ਹੋ ਗਏ ਆ। ਤੇ ਇਹ ਕੀ ਕੌਤਕ ਵਰਤਦਾ? ਤੇ ਗੁਰਦੇਵ ਜੀ ਸਮਝਾਉਣਾ ਕੀ ਚਾਹੁੰਦੇ? ਪਾਤਸ਼ਾਹ ਜੀ ਕਹਿੰਦੇ ਇਹੋ ਹੀ ਵਿਚਾਰ ਆ ਕਿ ਜੇ ਮੱਥੇ ਦੇ ਲੇਖ ਪੁੱਠੇ ਵੀ ਲਿਖੇ ਗਏ ਆ, ਅਸੀਂ ਪਾਪੀ ਵੀ ਬਣ ਗਏ ਆ ਆਪਣੇ ਜੀਵਨ ਦੇ ਅੰਦਰ, ਤੇ ਹੁਣ ਗੁਰੂ ਦੇ ਕੋਲ ਆ ਜਾਈਏ ਤੇ ਗੁਰੂ ਦੇ ਪਾਸ ਆ ਕੇ ਬਖਸ਼ਿਸ਼ ਹੋਣੀ ਹੈ ਕਿ ਗੁਰੂ ਨੇ ਹੁਣ ਸਾਨੂੰ ਸਮੱਤ ਬਖਸ਼ ਦੇਣੀ। ਇੱਥੇ ਆ ਕੇ ਜਦੋਂ ਮੱਥਾ ਟੇਕ ਦਈਏ ਤੇ ਸਾਡੇ ਮੱਥੇ ਦੇ ਲੇਖ ਉਸ ਮੋਹਰ ਦੇ ਪੁੱਠੇ ਅੱਖਰਾਂ ਦੇ ਵਾਂਗ ਥੱਲੇ ਵੱਜੇ ਤੇ ਸਿੱਧੇ ਹੋ ਜਾਣੇ। ਇਸ ਲਈ ਇਸ ਦੁਬਿਧਾ ਦੇ ਵਿੱਚ ਨਾ ਰਹੀਏ ਜੀਵਨ ਦੇ ਅੰਦਰ ਕਿ ਭਾਈ ਜੇ ਉਹ ਹੁਕਮ ਦੇ ਵਿੱਚ ਹੀ ਸਾਰਾ ਕੁਝ ਕਰਾ ਰਿਹਾ, ਹੋ ਜਾਂਦੀ ਹੋਵੇਗੀ ਕਦੇ ਦੁਬਿਧਾ ਮਨ ਦੇ ਵਿੱਚ ਪੈਦਾ ਕਿ ਜੇ ਉਹ ਹੁਕਮ ਦੇ ਵਿੱਚ ਹੀ ਸਾਰਾ ਕੁਝ ਕਰਾ ਰਿਹਾ ਤੇ ਫਿਰ ਭਾਈ ਗੁਰੂ ਘਰ ਜਾਣ ਦੀ ਕੀ ਲੋੜ ਆ, ਜਾਂ ਗੁਰੂ ਦੇ ਕੋਲ ਜਾਣ ਦੀ ਕੀ ਲੋੜ ਆ। ਪਰ ਇਹ ਲੋੜ ਹੈ ਕਿ ਜੇ ਮੇਰੇ ਲੇਖ, ਜੇ ਮੇਰੇ ਮਸਤਕ ਤੇ ਲਿਖੇ ਹੋਏ ਲੇਖ, ਜੇ ਮੇਰੇ ਕਰਮ ਤੂਰਬਲੇ ਕਰਮਾਂ ਦੇ ਕਰਕੇ ਜਾਂ ਸੰਸਕਾਰਾਂ ਦੇ ਕਰਕੇ ਇਸ ਤਰ੍ਹਾਂ ਦੇ ਬਣ ਗਏ ਕਿ ਮੈਂ ਸ਼ੈਤਾਨ ਬਣ ਗਿਆ ਹਾਂ, ਤੇ ਜੇ ਕਿਤੇ ਬਖਸ਼ਿਸ਼ ਹੋ ਜਾਵੇ, ਇਹ ਵੀ ਬਖਸ਼ਿਸ਼ ਦੀ ਗੱਲ ਹੈ, ਜੇ ਕਿਤੇ ਬਖਸ਼ਿਸ਼ ਹੋ ਜਾਵੇ ਤੇ ਉਹ ਗੁਰੂ ਦੇ ਕੋਲ ਆ ਕੇ ਤੇ ਇੱਥੇ ਆ ਕੇ ਜਿਹੜੇ ਆਪਣੇ ਮਸਤਕ ਦੇ ਲੇਖ ਤੇ ਆਪਣੇ ਕਰਮਾਂ ਦਾ ਲੇਖਾ ਜੋਖਾ ਮਿਟਾਇਆ ਜਾ ਸਕਦਾ ਹੈ। ਕਿਉਂਕਿ ਗੁਰੂ ਦੇ ਕੋਲ ਆਉਣ ਦੀ ਬਖਸ਼ਿਸ਼ ਇਹ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਹੋਣੀ। ਸਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਜਿਨੇ ਮੇਰੇ ਮਨ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਸਾ ਦਿੱਤਾ ਉਹ ਕੇਵਲ ਅਕਾਲ ਪੁਰਖ ਆ, ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਹੋਣੀ। ਇੱਕ ਨਾ ਭਾਣਾ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਤੇ ਇਸ ਤਰ੍ਹਾਂ ਗੁਰਦੇਵ ਜੀ ਕਹਿੰਦੇ, ਇੱਕ ਹੋਰ ਬਚਨ ਚੇਤੇ ਆਉਂਦਾ ਆਨੰਦ ਸਾਹਿਬ ਦੀ ਬਾਣੀ ਦੇ ਅੰਦਰ। ਗੁਰਦੇਵ ਜੀ ਕਹਿੰਦੇ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰੀਆ। ਇੱਕ ਭਰਮ ਭੂਲੇ ਫਿਰੇ ਦਹ ਦਿਸੋ, ਇੱਕ ਨਾਮ ਲਾਗ ਸਵਾਰੀਆ। ਜਿਸ ਤੂੰ ਦੇ ਸੋਈ ਜਨ ਪਾਵੇ, ਜਿਹਨੂੰ ਅਕਾਲ ਪੁਰਖ ਆਪਣੀ ਬੰਦਗੀ ਦੀ ਦਾਤ ਬਖਸ਼ ਦਿੰਦਾ ਉਹੀ ਉਸ ਦੀ ਪ੍ਰਾਪਤੀ ਕਰ ਸਕਦਾ। ਸੰਸਾਰ ਤੇ ਤਾਂ ਇਸ ਤਰ੍ਹਾਂ ਦਾ ਖੇਡ ਪਸਰ ਰਿਹਾ ਨਾ ਕਿ ਇੱਕ ਭਰਮ ਭੂਲੇ ਫਿਰੇ ਦਹ ਦਿਸ, ਇੱਕ ਨਾਮ ਲਾਗ ਸਵਾਰੀਆ। ਇੱਕ ਤਾਂ ਨਾਮ ਦੇ ਨਾਲ ਜੁੜ ਗਏ, ਬੰਦਗੀ ਦੀ ਦਾਤ ਦੇ ਨਾਲ ਜੁੜ ਗਏ, ਤੇ ਇਹਦਾ ਕੋਈ ਸਮਾਂ ਨਿਯਤ ਨਹੀਂ ਕਿ ਕਦੋਂ ਬਖਸ਼ਿਸ਼ ਹੋ ਜਾਵੇਗੀ। ਧਰੂ ਤੇ ਪ੍ਰਹਿਲਾਦ ਵਰਗੇ 5-5 7-7 ਸਾਲ ਦੇ ਆ ਤੇ ਵੀ ਹੋ ਸਕਦੀ ਆ, ਤੇ ਹਰਨਾਕਸ਼ ਵਰਗੇ ਉਹਦੇ ਪਿਤਾ ਦੇ 40-45 ਸਾਲ ਵਾਲੇ ਤੇ ਵੀ ਨਹੀਂ ਹੋ ਸਕਦੀ। ਇਸ ਕਰਕੇ ਅਗਲੀ ਪੰਕਤੀ ਪਾਤਸ਼ਾਹ ਜੀ ਕਹਿੰਦੇ, ਏਵ ਭੇ ਆਖੂ ਨਾ ਜਾਪਈ ਜੇ ਕਿਸੈ ਆਣੇ ਰਾਸ। ਇਹ ਵੀ ਨਹੀਂ ਕਿਹਾ ਜਾ ਸਕਦਾ ਗੁਰਮੁਖੋਂ ਕਿ ਕਿਹਦੇ ਉੱਪਰ ਉਹਨੇ ਬਖਸ਼ਿਸ਼ ਕਰ ਦੇਣੀ ਆ ਤੇ ਕਿਹਨੂੰ ਨਾਮ ਦੇ ਨਾਲ ਜੋੜ ਲੈਣਾ। ਕੋਈ ਇਸ ਤਰ੍ਹਾਂ ਦਾ ਵੀ ਹੋ ਸਕਦਾ ਕਿ ਸਾਰਾ ਜੀਵਨ ਜਿਹੜਾ ਅਜਾਮਲ ਨੇ ਪਾਪ ਕਮਾਇਆ, ਇੱਕ ਗਨਕਾ ਨੂੰ ਆਪਣੀ ਪਤਨੀ ਬਣਾ ਕੇ ਤੇ ਉਹਦੇ ਨਾਲ ਭੋਗ ਕਰਕੇ ਤੇ ਇੰਨੀਆਂ ਸੰਤਾਨਾਂ ਪੈਦਾ ਕੀਤੀਆਂ, ਭਾਵ ਵਾਸ਼ਨਾ ਦੇ ਵਿੱਚ ਇੰਨਾ ਕੁ ਬੱਧਾ ਰਿਹਾ ਸਾਰਾ ਜੀਵਨ, ਤੇ ਅਖੀਰਲੇ ਸਮੇਂ ਦੇ ਵਿੱਚ ਉਹਨੇ ਪੁੱਤਰ ਦਾ ਨਾਮ ਜਿਹੜਾ ਕਿਸੇ ਸਾਧੂ ਪੁਰਖ ਸਤਪੁਰਖ ਦੇ ਕਹਿਣ ਤੇ ਨਾਰਾਇਣ ਰੱਖ ਲਿਆ। ਹੁਣ ਇਹ ਬਖਸ਼ਿਸ਼ ਦੀ ਗੱਲ ਆ ਕਿ ਕਿੰਨੇ ਕਿੰਨੇ ਜਪਣ ਵਾਲੇ ਵੀ ਸੰਸਾਰ ਦੇ ਵਿੱਚ ਹੋਣਗੇ, ਉਹਨਾਂ ਦੇ ਵੱਲ ਨਿਗਾਹ ਵੀ ਨਹੀਂ ਵੱਜੀ
ਤੇ ਜਿਹੜਾ ਪਾਪੀ ਹੈ ਉਸ ਨੂੰ ਤਾਰਨ ਵਾਸਤੇ ਉਹਦੇ ਪੁੱਤਰ ਦਾ ਨਾਂ ਹੀ ਨਾਰਾਇਣ ਰਖਵਾ ਦਿੱਤਾ ਤੇ ਉਹਦੇ ਤੇ ਵੀ ਬਖਸ਼ਿਸ਼ ਹੋ ਗਈ। ਗਨਿਕਾ ਤੇ ਬਖਸ਼ਿਸ਼ ਹੋ ਗਈ, ਜਿਹਦੇ ਦੁਆਰੇ ਤੇ ਜਿਹਦੇ ਘਰ ਦੇ ਅੰਦਰ ਕਦੇ ਕੋਈ ਸਤਪੁਰਖ ਕਦੇ ਕੋਈ ਚੰਗਾ ਪੁਰਖ ਆਇਆ ਹੀ ਨਹੀਂ। ਸਾਰੇ ਵਿਕਾਰਾਂ ਨੂੰ ਭੋਗਣ ਵਾਲੇ ਕਾਮੀ ਆਏ ਨੇ, ਸਾਰੇ ਵਾਸ਼ਨਾ ਨੂੰ ਭੋਗਣ ਵਾਲੇ ਪੁਰਖ ਆਏ ਨੇ। ਅੱਜ ਮੀਂਹ ਪਿਆ ਤੇ ਇੱਕ ਸਾਧ ਉਹਦੇ ਦੁਆਰੇ ਤੇ ਆ ਕੇ ਖੜਾ ਹੋ ਗਿਆ ਤੇ ਉਹਨੂੰ ਪੁੱਛਦਾ, ਬੀਬੀ ਕੀ ਕਰਦੀ ਹੈ? ਹੁਣ ਉਹਨੇ ਸੱਚ ਦੱਸ ਦਿੱਤਾ, ਕਹਿੰਦੀ ਮੈਂ ਸਾਰਾ ਜੀਵਨ ਵਿਕਾਰ ਭੋਗੇ ਨੇ, ਸਵੇਰ ਤੋਂ ਸ਼ਾਮ ਤੱਕ ਮੈਂ ਰਾਤ ਨੂੰ ਰਾਤ ਸ਼ੁਰੂ ਹੁੰਦਿਆਂ ਸਵੇਰ ਤੱਕ ਤੇ ਸਵੇਰ ਤੋਂ ਰਾਤ ਤੱਕ ਮੈਂ ਵਿਕਾਰ ਹੀ ਭੋਗਦੀ। ਹੁਣ ਉਸਨੇ ਤੋਤਾ ਦਿੱਤਾ, ਕਹਿੰਦਾ ਕਿ ਜਦੋਂ ਤੱਕ ਅਸੀਂ ਮੁੜ ਕੇ ਆਵਾਂਗੇ ਤੂੰ ਇੱਕ ਕਾਰਜ ਕਰਨਾ, ਇਹਨੂੰ ਚੇਟਕ ਬੜੀ ਲੱਗੀ ਆ, ਤੂੰ ਇਹਨੂੰ ਰਾਮ ਨਾਮ ਜਪਾਉਣਾ ਹੈ। ਹੁਣ ਬਖਸ਼ਿਸ਼ ਹੋ ਗਈ। ਇਹ ਪਿਆ ਜਪਈ ਜੇ ਕਿਸ ਆਣਾ ਰਾਸ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਕਹਿੰਦੇ ਆਖ ਨਾ ਜਪਿਆ ਨਹੀਂ ਸੰਸਾਰ ਦੇ ਵਿੱਚ ਤੁਹਾਡੇ ਸਾਹਮਣੇ ਵੱਜਣ ਵਾਲੇ, ਉਹਨੂੰ ਇਹ ਨਹੀਂ ਆਖਿਆ ਜਾ ਸਕਦਾ ਕਿ ਇਹਦੇ ਤੇ ਬੜੀ ਬਖਸ਼ਿਸ਼ ਹੋਵੇ। ਇਹ ਨਹੀਂ ਕਹਿ ਸਕਦਾ ਕਿ ਜੇ ਕੋਈ ਪਾਪ ਕਰਮ ਮਾਰਿਆ ਤੇ ਕਿਹੜੇ ਵੇਲੇ ਜਾਣਾ, ਕਿਹੜੇ ਵੇਲੇ ਉਹਨੇ ਗੁਰੂ ਵਾਲਾ ਬਣ ਜਾਣਾ। ਛੋਟੀ ਗੱਲ ਲੈ ਲਈਏ ਸੰਸਾਰ ਤੇ ਕਿ ਗੁਰਮੁਖ ਕਿੱਡੇ ਵਚਨ ਕੇ ਬਲੀ ਸੂਰਮੇ ਵੀ ਹੁੰਦੇ ਨੇ। ਅੱਜ ਦੇ ਸਮੇਂ ਗੱਲ ਕਰ ਰਹੇ ਕਿੱਡੇ ਆਪ ਨੂੰ ਗੁਰੂ ਬਾਣੀ ਪੜਨ ਵਾਲੇ ਜਦੋਂ ਮਾਤੇ ਤੇ ਵਿਕਾਰਾਂ ਦੇ ਵਿੱਚ ਨਸ਼ਿਆਂ ਦੇ ਚਲੇ ਜਾਂਦੇ ਨੇ, ਨਸ਼ੇ ਕਰਨ ਲੱਗਦੇ ਤੇ ਕਿੰਨੇ ਛੇੜੀ ਸ਼ਰਾਬੀ ਕਬਾਬੀ ਸੰਸਾਰ ਜਦੋਂ ਕਿਤੇ ਸੱਟ ਵੱਜਦੀ ਹੈ ਭਾਵੇਂ ਨਹੀਂ ਸਕਦਾ ਨਾਨਕ ਇਹ ਜਪਈ ਜੇ ਕਿਸੇ ਆਣ ਰਸ ਨਾਨਕ ਗੁਰਮੁਖ ਜਾਣੀਐ ਕਰੇ ਪ੍ਰਗਾਸ। ਗੁਰਦੇਵ ਜੀ ਕਹਿੰਦੇ ਗੁਰੂ ਦੀ ਉਪਦੇਸ਼ ਦੇ ਨਾਲ ਤਾਂ ਜਾਂਦਾ ਹੈ ਜਾਂ ਆਪੇ ਪਲਸ ਇਹਨਾਂ ਨੂੰ ਅਕਾਲ ਪੁਰਖ ਇਹ ਆਪ ਚਾਨਣ ਇਹ ਆਪ ਬਖਸ਼ਿਸ਼ ਬਤਾ ਦੇਵੇ ਕਿ ਭਾਈ ਤੂੰ ਗੁਰੂ ਵਾਲਾ ਬਣ, ਗੁਰੂ ਦੇ ਨਾਲ ਜੁੜ ਜਾ। ਜਦੋਂ ਆਪ ਗੁਰੂ ਦੇ ਨਾਲ ਜੁੜ ਦੇਵੇ ਉਦੋਂ ਗੁਰੂ ਨਾਲ ਰਿਹਾ ਜਾ ਸਕਦਾ ਹੈ। ਨਾਨਕ ਗੁਰਮੁਖ ਜਾਣੀਐ ਜਾਕੋ ਆਪ ਕਰੇ ਪ੍ਰਗਾਸ। ਭਾਵ ਅਕਾਲ ਪੁਰਖ ਨੇ ਇਹ ਪ੍ਰਗਾਸ ਇਹ ਚਾਨਣਾ ਕੀਤਾ ਕਿ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋਵੇ। ਫਿਰ ਗੁਰਮੁਖ ਜਾਣੀਐ ਗੁਰੂ ਦੇ ਉਪਦੇਸ਼ ਦੇ ਰਾਹੀਂ ਇਹ ਜਾਣਿਆ ਕਿ ਅਕਾਲ ਪੁਰਖ ਹੈ ਕੌਣ ਹੈ। ਗੁਰੂ ਦੇ ਉਪਦੇਸ਼ ਦੇ ਰਾਹੀਂ ਇਹ ਜਾਣਿਆ ਕਿ ਉਸ ਦਾ ਹੁਕਮ ਕੀ ਹੈ। ਗੁਰੂ ਦੇ ਉਪਦੇਸ਼ ਦੇ ਰਾਹੀਂ ਇਹ ਜਾਣਿਆ ਕਿ ਉਹਦੇ ਹੁਕਮ ਨੂੰ ਬੁੱਝਣਾ ਕੀ ਹੈ, ਉਹਦੇ ਹੁਕਮ ਦੇ ਵਿੱਚ ਚੱਲਣਾ ਕੀ ਹੈ। ਫਿਰ ਸਭ ਤੋਂ ਪਹਿਲਾਂ ਕਾਰਜ ਕੀ ਹੁੰਦਾ? ਹਉਮੈ ਦਾ ਨਾਸ਼ ਹੁੰਦਾ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ। ਫਿਰ ਹਉਮੈ ਦਾ ਨਾਸ਼ ਹੋ ਜਾਂਦਾ ਹੈ। ਤੇ ਪੌੜੀ ਦੀ ਵਿਚਾਰ ਦੇ ਨਾਲ ਆਪਾਂ ਸੰਖੇਪ ਰੂਪ ਦੇ ਵਿੱਚ ਜੁੜੀਏ, ਕਿਉਂਕਿ ਵਿਚਾਰ ਜਿਹੜੀ ਮੁਕੰਮਲ ਆਪਾਂ ਇਸ ਸ਼ਲੋਕ ਦੀ ਜਿਹੜੀ ਸਾਂਝੀ ਕਰ ਲਈ ਹੈ। ਪੌੜੀ ਦੇ ਅੰਦਰ ਗੁਰਦੇਵ ਜੀ ਇਹੋ ਬਖਸ਼ਿਸ਼ ਕਰਦੇ, ਕਹਿੰਦੇ ਨਾਨਕ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ। ਉਥੈ ਸੱਚੇ ਹੀ ਸੱਚ ਨਿਬੜੈ ਚੁਣ ਵਕ ਕੱਢੇ ਜਜਮਾਲਿਆ। ਠਾਉ ਨਾ ਪਾਇਨ ਕੂੜਿਆਰ ਮੋਹ ਕਾਲੈ ਦੋਜਕ ਚਾਲਿਆ। ਇਹ ਤਿੰਨ ਪੰਕਤੀਆਂ ਦਾ ਇੱਕੋ ਮਜ਼ਮੂਨ ਇੱਕੋ ਵਿਚਾਰ ਹੈ ਕਿ ਅਕਾਲ ਪੁਰਖ ਨੇ ਸੰਸਾਰ ਦੇ ਵਿੱਚ ਜੀਵ ਪੈਦਾ ਕਰਕੇ ਤੇ ਉਹਨਾਂ ਦਾ ਲੇਖਾ ਜੋਖਾ ਕਰਨ ਵਾਸਤੇ ਸਿਰ ਦੇ ਨਾਲ ਹੀ ਧਰਮ ਰਾਜ, ਜਿਹਨੂੰ ਆਪਾਂ ਧਰਮ ਰਾਜ ਕਹਿੰਦੇ ਆ ਨਾ ਜੀ, ਉਹ ਕੋਈ ਵੱਖਰੀ ਹਸਤੀ ਨਹੀਂ, ਕੋਈ ਪੁਰਖ ਨਹੀਂ ਕਿ ਜਿਹੜਾ ਧਰਮ ਰਾਜ ਰੂਪ ਦੇ ਵਿੱਚ ਜਿਹਨੂੰ ਆਪਾਂ ਅੱਜ ਸੰਸਾਰ ਦੀਆਂ ਤਸਵੀਰਾਂ ਦੇ ਵਿੱਚ ਬੜਾ ਡਰਾਵਣਾ ਭਿਆਨਕ ਜਿਹਾ ਵਿਖਾਇਆ। ਇਹ ਧਰਮ ਰਾਜ ਨਹੀਂ ਆ। ਧਰਮ ਰਾਜ ਹੈ, ਧਰਮ ਤੋਂ ਭਾਵ ਹੈ ਜੀ ਕਾਨੂੰਨ, ਰਾਜ ਤੋਂ ਭਾਵ ਉੱਤਮ। ਜਿਹੜਾ ਜੀਵਨ ਦੇ ਵਿੱਚ ਸਭ ਤੋਂ ਉੱਤਮ ਸਾਡਾ ਕਾਨੂੰਨ ਸਾਡਾ ਫਰਜ਼ ਹੈ, ਅਸੀਂ ਉਸ ਕਾਨੂੰਨ ਦੇ ਵਿੱਚ ਤੁਰੀਏ। ਇਹੋ ਧਰਮ ਰਾਜ ਸਾਨੂੰ ਵੇਖ ਰਿਹਾ ਤੇ ਇਹ ਸਾਰਿਆਂ ਦੇ ਜੀਆਂ ਦੇ ਸਿਰਾਂ ਦੇ ਨਾਲ ਉਹਦਾ ਕਾਨੂੰਨ, ਉਹਦਾ ਹੁਕਮ, ਉਹਦਾ ਭਾਣਾ ਵਰਤ ਰਿਹਾ ਹੈ। ਤੇ ਇਸੇ ਨੂੰ ਹੀ ਗੁਰਦੇਵ ਜੀ ਨੇ ਧਰਮ ਰਾਜ ਆਖਿਆ ਆ। ਲਿਖਨਾਵੇਂ ਧਰਮ ਬਹਾਲਿਆ।
ਹੁਣ ਜਿਹੜਾ ਤੇ ਉਹਦੇ ਹੁਕਮ ਦੇ ਵਿੱਚ ਸਿੱਧਾ ਤੁਰਿਆ ਜਾਂਦਾ ਹੈ, ਉਸ ਨੂੰ ਤੇ ਜੀਵਨ ਦੇ ਵਿੱਚ ਇੱਥੇ ਵੀ ਸੁੱਖ ਪ੍ਰਾਪਤ ਹੁੰਦਾ ਤੇ ਦਰਗਾਹ ਦੇ ਵਿੱਚ ਵੀ ਉਹਦਾ ਮੁਖ ਉਜਲਾ ਹੁੰਦਾ। ਨਾਨਕ ਇਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈ। ਜਿਹੜਾ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੇ ਦੱਸੇ ਮਾਰਗ ਤੇ ਜਿਹੜਾ ਧਰਮ ਰਾਜ, ਜਿਹੜਾ ਕਾਨੂੰਨ, ਜਿਹੜਾ ਉੱਤਮ, ਜਿਹੜਾ ਫਰਜ਼ ਸਾਡੇ ਸਿਰ ਤੇ ਸੁਭਾਏਮਾਨ ਹੈ, ਇਹ ਸਮਝਾਉਣਾ ਗੁਰੂ ਦਾ ਕਾਰਜ ਹੈ। ਤੇ ਗੁਰੂ ਸਾਨੂੰ ਜਦੋਂ ਇਹ ਸਮਝਾ ਦਿੰਦਾ ਤੇ ਫਿਰ ਪਾਤਸ਼ਾਹ ਜੀ ਕਹਿੰਦੇ ਕਿ ਨਾਨਕ ਜੀ ਉਪਾਏ ਕਹਿ ਲਿਖ ਨਾਮ ਹੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵਕ ਕੱਢੇ ਜਜਮਾਲਿਆ। ਉੱਥੇ ਕੇਵਲ ਸੱਚ ਵਰਤਦਾ ਤੇ ਜਿਹੜੇ ਜਜਮਾਲਿਆ ਭਾਵ ਜਿਹੜੇ ਗੰਦੇ ਲੋਕ ਨੇ, ਜਿਹੜੇ ਉੱਥੇ ਪ੍ਰਵਾਨ ਨਹੀਂ ਕੀਤੇ ਜਾਂਦੇ, ਉਹਨਾਂ ਨੂੰ ਵੱਖ ਕੱਢ ਕੇ ਰੱਖ ਦਿੱਤਾ ਜਾਂਦਾ। ਭਾਈ ਇਹਨਾਂ ਦਾ ਫਿਰ ਆਵਾਗਾਉਣ ਦਾ ਗੇੜ ਪਵੇਗਾ, ਇਹਨਾਂ ਦਾ ਫਿਰ ਲੇਖਾ ਜੋਖਾ ਹੋਵੇਗਾ। ਇੱਕ ਨਾ ਹੁਕਮ ਸਮਾਏ ਲੈ, ਦੂਜਿਆਂ ਨੂੰ ਸਮਾ ਲਿਆ ਜਾਂਦਾ ਆਪਣੇ ਵਿੱਚ। ਦੂਜਿਆਂ ਨੂੰ ਅਕਾਲ ਪੁਰਖ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਉਹ ਸੰਪੂਰਨ ਹੋ ਗਏ। ਜਿਹਨੂੰ ਆਪਾਂ ਕਹਿ ਦਿੰਦੇ ਨਾ ਸੰਸਾਰ ਦੇ ਵਿੱਚ ਕਿ ਜੀਵ ਭਾਈ ਪੂਰਾ ਹੋ ਗਿਆ ਆ। ਹਰ ਕੋਈ ਪੂਰਾ ਨਹੀਂ ਹੁੰਦਾ, ਜ਼ਿਆਦਾਤਰ ਚੌਥਾ ਕਹਿ ਲਈਏ ਜੇ 4 ਹਿੱਸੇ ਜੀਵ ਨਾ ਜਿਹੜੇ, ਉਹ ਸੰਸਾਰ ਤੋਂ ਅਧੂਰੇ ਹੀ ਜਾਂਦੇ ਨੇ। ਕਿਉਂਕਿ ਮਹਾਰਾਜ ਜੀ ਬਚਨ ਕਰਦੇ ਆ, ਨਾਨਕ ਉੱਤਮ ਕਾਂਢੀ ਹੈ ਵਿਰਲੇ ਕੇਈ ਕੇ। ਕੋਈ ਵਿਰਲੇ ਹੀ ਆ ਜਿਨ੍ਹਾਂ ਦੇ ਉੱਪਰ ਇਹ ਬਖਸ਼ਿਸ਼ ਹੋ ਜਾਵੇ ਤੇ ਉਹਨਾਂ ਨੂੰ ਆਪਣੇ ਸਿਰ ਦੇ ਨਾਲ ਲੱਗੇ ਚੰਗੇ ਉੱਤਮ ਕਾਨੂੰਨ, ਉੱਤਮ ਧਰਮ ਰਾਜ ਜਿਹੜਾ ਆ ਉਹਨੇ ਸੋਝੀ ਪ੍ਰਾਪਤ ਹੋ ਜਾਵੇ ਉਹਦੀ ਗੁਰੂ ਦੇ ਰਾਹੀਂ, ਤੇ ਉਸ ਉੱਪਰ ਚੱਲਣਾ ਸ਼ੁਰੂ ਹੋ ਜਾਵੇ। ਭਾਵ ਉਹਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਰਹਿਣਾ ਸ਼ੁਰੂ ਹੋ ਜਾਵੇ। ਉੱਥੇ ਸੱਚੇ ਹੀ ਸੱਚ ਨਿਬੜੈ ਤੇ ਫਿਰ ਉੱਥੇ ਉਹਦੀ ਸੱਚੀ ਦਰਗਾਹ ਦੇ ਅੰਦਰ ਉਹਦੀ ਸੱਚੀ ਪੈਰਵਾਈ ਹੋਵੇ, ਉਹਦਾ ਸੱਚਾ ਲੇਖਾ ਜੋਖਾ ਹੋਵੇ। ਚੁਣ ਵੱਖ ਕੱਢੇ ਜਜਮਾਲਿਆ, ਤੇ ਜਿਹੜੇ ਗੰਦੇ ਲੋਕ ਨੇ ਉਹਨਾਂ ਨੂੰ ਵੱਖ ਕੱਢ ਕੇ ਰੱਖ ਦਿੰਦਾ। ਥਾਉ ਨਾ ਪਾਇਨ ਕੂੜਿਆਰ ਮੋਹ ਕਾਲਾ ਦੋਜਕ ਚਾਲਿਆ, ਉਹਨਾਂ ਨੂੰ ਦੋਜਕ ਦੇ ਵਿੱਚ ਭੇਜਿਆ ਜਾਂਦਾ ਜਿਨ੍ਹਾਂ ਦੇ ਕਰਮ ਜਿਹੜੇ ਨੇ ਉਹ ਕੂੜਿਆਰਾਂ ਵਾਲੇ ਹੁੰਦੇ ਨੇ, ਭਾਵ ਝੂਠਾਂ ਵਾਲੇ ਹੁੰਦੇ ਨੇ। ਝੂਠਿਆਂ ਵਾਲੇ ਸੰਸਾਰ ਦੇ ਵਿੱਚ ਉਹਨਾਂ ਕਾਰਜ ਕੀਤੇ ਨੇ, ਕਹਿਣ ਨੂੰ ਸੱਚੇ ਸਨ ਪਰ ਕੀਤੇ ਝੂਠਿਆਂ ਵਾਲੇ ਕਾਰਜ। ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ। ਵਾਹਿਗੁਰੂ ਤੇਰਾ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖਣਾ ਮੈਂ ਧਰਮ ਬਹਾਲਿਆ। ਤੇ ਇਸ ਪੰਕਤੀ 'ਚ ਪਾਤਸ਼ਾਹ ਜੀ ਇਸ ਸੰਪੂਰਨ ਪੌੜੀ ਦਾ 3 ਸ਼ਲੋਕਾਂ ਦਾ ਸਾਰ ਜਿਹੜਾ ਗੁਰਦੇਵ ਜੀ ਕਹਿੰਦੇ, ਤੇਰੇ ਨਾਏ ਰੱਤੇ ਸੇ ਜਿਣ ਗਏ। ਇਸ ਸੰਸਾਰ ਰੂਪੀ ਖੇਡ ਤਮਾਸ਼ੇ ਦੇ ਅੰਦਰ ਜਿਹੜੇ ਉਹਦੇ ਨਾਮ ਦੇ ਨਾਲ ਰੱਤੇ ਗਏ, ਉਹ ਸੰਸਾਰ ਤੋਂ ਜਿੱਤ ਕੇ ਗਏ। ਹੁਣ ਕਹਿਣ ਤੋਂ ਭਾਵ ਕਿ ਸੰਸਾਰ ਦੇ ਵਿੱਚ ਆਪਾਂ ਜਿਹੜਾ ਕਾਰਜ ਕਰਨ ਵਾਸਤੇ ਆਏ, ਮੰਨ ਲਓ ਕਿਸੇ ਗੇਮ ਦੇ ਵਿੱਚ, ਕਿਸੇ ਖੇਡ ਦੇ ਵਿੱਚ ਆਪਾਂ ਖੇਡਣ ਵਾਸਤੇ ਗਏ ਤੇ ਉੱਥੇ ਆਪਾਂ ਹੋਰ ਤਰ੍ਹਾਂ ਦੀ ਇਹ ਕਾਰਜ ਕਰੇ ਜਾਈਏ, ਹੋਰ ਗੱਲਾਂ ਕਰੀ ਜਾਈਏ ਨਾਲ ਦੇ ਸਾਥੀਆਂ ਦੇ ਨਾਲ, ਤੇ ਜਿਹੜਾ ਕਾਰਜ ਕਰਨ ਵਾਸਤੇ, ਜਿਹੜੀ ਖੇਡ ਖੇਡਣ ਵਾਸਤੇ ਆਏ ਉਹ ਆਪਾਂ ਖੇਡੀਏ ਨਾ, ਤੇ ਇਸ ਤਰ੍ਹਾਂ ਜਿੱਤਿਆ ਨਹੀਂ ਜਾ ਸਕਦਾ। ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਹਾਲਿਆ। ਤੇ ਜਿਹੜੇ ਅਨੇਕਾਂ ਤਰ੍ਹਾਂ ਦੀਆਂ ਠੱਗੀਆਂ ਕਰਦੇ ਸੀ, ਭਾਵ ਅੰਦਰੋਂ ਕੁਝ ਹੋਰ ਸਨ, ਅੰਦਰ ਜਿਹੜਾ ਉਹ ਚੋਰੀ ਚੱਲਦੀ ਸੀ, ਅੰਦਰ ਮਕਾਰੀ ਚੱਲਦੀ, ਅੰਦਰ ਝੂਠ, ਦੁਐਖ, ਤ੍ਰਿਸ਼ਨਾ ਚੱਲਦੀ, ਈਰਖਾ ਚੱਲਦੀ ਸੀ, ਤੇ ਬਾਹਰੋਂ ਦੀ ਬੜੇ ਧਰਮੀ ਬਣਦੇ ਸੀ। ਉਹਨਾਂ ਨੂੰ ਆਖਿਆ ਠੱਗਣ ਵਾਲਿਆ। ਉਹ ਠੱਗਣ ਵਾਲੇ ਹਾਰ ਗਏ ਸੰਸਾਰ ਦੇ। ਸੰਸਾਰ ਵਿੱਚ